ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਚੇਤਨਾ ਪਬਲੀਕੇਸ਼ਨ ਤੋਂ ਸਤੀਸ਼ ਗੁਲਾਟੀ ਜੀ ਦੇ ਨਾਲ। ਕੈਨੇਡਾ, ਅਮਰੀਕਾ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਆ ਕੇ ਆਪਾਂ ਬਹੁਤ ਸਾਰੀ ਤਰੱਕੀ ਕੀਤੀ ਹੈ, ਬਹੁਤ ਵੱਡੇ ਅਹੁਦਿਆਂ ਦੇ ਉੱਤੇ ਪਹੁੰਚੇ ਹਾਂ। ਸਾਡੀ ਕਮਿਊਨਿਟੀ ਨੇ, ਪੰਜਾਬੀ ਕਮਿਊਨਿਟੀ ਨੇ ਕਾਫੀ ਨਾਮ ਕਮਾਇਆ। ਕਿਸੇ ਵੀ ਕਮਿਊਨਿਟੀ ਦੀ ਜਿਹੜੀ ਤਰੱਕੀ ਆ ਉਹਨੂੰ ਦੇਖਣ ਦਾ ਇੱਕ ਪੈਮਾਨਾ ਇਹ ਵੀ ਹੁੰਦਾ ਕਿ ਉਹਦਾ ਫਾਈਨ ਆਰਟ, ਉਹਦਾ ਲਿਟਰੇਚਰ ਉਹ ਕਿੱਥੇ ਕੁ ਪਹੁੰਚਿਆ। ਤੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਜਿੱਥੇ ਕੈਨੇਡਾ ਦੇ ਵਿੱਚ, ਖਾਸ ਕਰ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਸਰੀ ਦੇ ਵਿੱਚ ਅਸੀਂ ਰਹਿੰਦੇ ਹਾਂ, ਇੱਥੇ ਹਰ ਪੰਜਾਬੀ ਚੀਜ਼ ਮਿਲਦੀ ਹੈ। ਤੁਹਾਨੂੰ ਖਾਣ ਵਾਲੀ, ਤੁਹਾਨੂੰ ਪਹਿਨਣ ਵਾਲੀ ਹਰ ਚੀਜ਼ ਮਿਲਦੀ ਹੈ। ਉੱਥੇ ਪੰਜਾਬੀ ਕਿਤਾਬਾਂ ਵੀ ਮਿਲਦੀਆਂ। ਤੇ ਇਹਦਾ ਸਭ ਤੋਂ ਵੱਡਾ ਸਿਹਰਾ ਜਾਂਦਾ ਸਤੀਸ਼ ਗੁਲਾਟੀ ਜੀ ਕੋਲ। ਹਮੇਸ਼ਾ ਸਾਡੇ ਕੋਲ ਆਉਂਦੇ ਨੇ, ਸਾਲ ਦੇ ਵਿੱਚ 2-4 ਮਹੀਨੇ ਸਾਡੇ ਕੋਲ ਰਹਿ ਕੇ ਇੱਥੇ ਜਾ ਕੇ ਫਿਰ ਕੈਨੇਡਾ ਦੇ ਵੱਖ-ਵੱਖ ਹਿੱਸਿਆਂ 'ਚ, ਫਿਰ ਅਮਰੀਕਾ 'ਚ ਜਾ ਕੇ ਉਹ ਆਪਣੀ ਜਿਹੜੀ ਪ੍ਰਦਰਸ਼ਨੀ ਹੈ ਕਿਤਾਬਾਂ ਦੀ ਲੈ ਕੇ ਜਾਂਦੇ ਆ। ਤੇ ਪੁਸਤਕ ਪ੍ਰੇਮੀ ਬਹੁਤ ਉਤਸੁਕਤਾ ਦੇ ਨਾਲ ਉਹਨਾਂ ਨੂੰ ਉਡੀਕਦੇ ਆ। ਕਰੋਨਾ ਕਾਲ ਕਰਕੇ ਕਈ ਕੁਛ ਬਦਲਿਆ ਤੇ ਉਸ ਬਦਲਣ ਦੇ ਵਿੱਚ ਸਰੀ ਦੇ ਵਿੱਚ ਕਿਤਾਬਾਂ ਦੀ ਪ੍ਰਦਰਸ਼ਨੀ ਦਾ ਸਮਾਂ ਵੀ ਬਦਲਿਆ। ਇਹ ਪ੍ਰਦਰਸ਼ਨੀ ਹੁਣ ਇਸ ਵੇਲੇ ਸਰੀ ਦੇ ਵਿੱਚ ਚੱਲ ਰਹੀ ਆ। 8312 128 ਸਟਰੀਟ ਦੇ ਵਿੱਚ ਯੂਨਿਟ 112 ਆ, ਜਾਣੀ 128 ਸਟਰੀਟ ਤੇ 84 ਐਵਨਿਊ ਦੇ ਖੂੰਜੇ ਦੇ ਉੱਤੇ ਖਾਲਸਾ ਬਿਜ਼ਨਸ ਸੈਂਟਰ ਦੇ ਵਿੱਚ ਤੁਸੀਂ ਜਾ ਸਕਦੇ ਹੋ, ਉੱਥੋਂ ਕਿਤਾਬਾਂ ਖਰੀਦ ਸਕਦੇ ਹੋ। ਲਗਾਤਾਰ ਇਹਨਾਂ ਨੇ ਲੰਬਾ ਸਮਾਂ ਇੱਥੇ ਰਹਿਣਾ ਆ। ਕਿਤਾਬਾਂ ਦੇ ਬਾਰੇ, ਇਹਨਾਂ ਦੀ ਇਸ ਪ੍ਰਦਰਸ਼ਨੀ ਦੇ ਬਾਰੇ ਗੱਲਬਾਤ ਆਪਾਂ ਕਰਦੇ ਹਾਂ ਸਤੀਸ਼ ਗੁਲਾਟੀ ਜੀ ਦੇ ਨਾਲ। ਸਤੀਸ਼ ਜੀ, ਬਹੁਤ ਬਹੁਤ ਸਵਾਗਤ ਹੈ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਜਸਕਰਨ ਜੀ, ਤੁਹਾਡਾ ਚੈਨਲ ਪੰਜਾਬੀ ਦਾ, ਔਰ ਜਿਹੜੇ ਇੱਥੇ ਪੰਜਾਬੀ ਨੂੰ ਵੱਧ ਤੋਂ ਵੱਧ ਪ੍ਰਚਾਰ ਕਰ ਰਹੇ ਨੇ, ਪ੍ਰਮੋਟ ਕਰ ਰਹੇ ਨੇ ਜੀ। ਗੁਲਾਟੀ ਸਾਹਿਬ, ਦੱਸਿਓ ਕਦੋਂ ਦੀ ਪ੍ਰਦਰਸ਼ਨੀ ਸ਼ੁਰੂ ਆ ਤੇ ਕਿੰਨੀ ਦੇਰ ਚੱਲੂਗੀ, ਤੇ ਇੱਕ ਵਾਰੀ ਇਹਦਾ ਲੋਕੇਸ਼ਨ ਥੋੜੀ ਜਿਹੀ ਸਾਡੇ ਦਰਸ਼ਕਾਂ ਨੂੰ ਸ਼ੁਰੂ ਦੇ ਵਿੱਚ ਦੱਸਿਓ, ਆਪਾਂ ਫਿਰ ਗੱਲਬਾਤ ਸ਼ੁਰੂ ਕਰਦੇ ਹਾਂ ਜਸਕਰਨ ਜੀ, 111 ਨੰਬਰ ਯੂਨਿਟ ਹੈ, 8312 ਤੇ 128 ਸਟਰੀਟ ਤੇ ਖਾਲਸਾ ਬਿਜ਼ਨਸ ਸੈਂਟਰ ਦੇ ਬਿਲਕੁਲ ਨਾਲ ਮੇਡ ਇਨ ਇੰਡੀਆ ਵਾਲਾ ਪਲਾਜ਼ਾ, ਉਹਦੇ ਵਿੱਚ 112 ਨੰਬਰ ਯੂਨਿਟ ਹੈ। ਔਰ 22 ਤਰੀਕ ਤੋਂ 22 ਅਕਤੂਬਰ ਤੋਂ ਕੰਟੀਨਿਊ ਲਗਾਤਾਰ ਇਹ ਪੁਸਤਕ ਪ੍ਰਦਰਸ਼ਨੀ ਚੱਲ ਰਹੀ ਹੈ, ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ। ਕੋਈ ਆਫ ਨਹੀਂ, ਇਹਦੇ ਵਿੱਚ ਕੋਈ ਛੁੱਟੀ ਨਹੀਂ ਹੈ। ਔਰ ਜਨਵਰੀ ਦੇ ਪਹਿਲੇ ਹਫਤੇ ਤੱਕ ਲਗਾਤਾਰ ਇਹ 2.5 ਮਹੀਨੇ ਦਾ ਪ੍ਰੋਗਰਾਮ ਸੀਗਾ, ਇਹ ਚੱਲਦਾ ਰਹੇਗਾ ਜੀ। ਗੁਲਾਟੀ ਸਾਹਿਬ, ਕਰੋਨਾ ਨੇ ਹਰ ਇੱਕ ਕੰਮ ਨੂੰ ਪ੍ਰਭਾਵਿਤ ਕੀਤਾ। ਤੁਹਾਡੀ ਵੀ ਉਡੀਕ ਇੱਥੇ ਸਾਰੇ ਪੁਸਤਕ ਪ੍ਰੇਮੀ ਬੜੀ ਉਤਸੁਕਤਾ ਦੇ ਨਾਲ ਕਰਦੇ ਰਹੇ, ਔਰ ਦੇਰੀ ਹੋਈ ਆ ਆਉਣ ਦੇ ਵਿੱਚ। ਕਿੰਨਾ ਕੁ ਅਸਰ ਪਿਆ ਕੰਮ ਕਾਰ ਦੇ ਉੱਤੇ ਜੀ? ਜਸਕਰਨ ਜੀ, ਬਹੁਤ ਫਰਕ ਪਿਆ, ਕਿਉਂਕਿ 2019 ਦੇ ਵਿੱਚ ਮੈਂ ਲਗਾਤਾਰ ਮਈ ਤੋਂ ਲੈ ਕੇ ਦਸੰਬਰ ਦੇ ਫਸਟ ਵੀਕ ਤੱਕ ਮੈਂ ਕੈਨੇਡਾ ਔਰ ਅਮਰੀਕਾ ਦੇ ਵਿੱਚ ਪੁਸਤਕ ਮੇਲੇ ਲਗਾਏ ਬਕਾਇਦਾ, ਜਿਸ 'ਚ 6 ਮਹੀਨੇ ਮੇਰੇ ਕੈਨੇਡਾ ਸੀ ਔਰ 2.5 ਮਹੀਨੇ ਅਮਰੀਕਾ ਦੇ ਵਿੱਚ। ਲੇਕਿਨ ਮੇਰਾ ਅਪ੍ਰੈਲ ਦੇ ਵਿੱਚ ਪ੍ਰੋਗਰਾਮ ਸੀਗਾ ਪਿਛਲੇ ਸਾਲ ਆਉਣ ਦਾ, ਲੇਕਿਨ ਮਾਰਚ ਦੇ ਵਿੱਚ ਹੀ ਕੋਵਿਡ ਸ਼ੁਰੂ ਹੋ ਗਿਆ, ਸਾਰਾ ਕੁਝ ਬੰਦ ਹੋ ਗਿਆ। ਅਸੀਂ ਵੀ ਆਪ 2.5 ਮਹੀਨੇ ਘਰ ਦੇ ਵਿੱਚ ਹੀ ਬੈਠੇ, ਇੱਕ ਤਰ੍ਹਾਂ ਦੀ ਕੈਦ ਕੱਟਣ ਵਾਲੀ ਗੱਲ ਸੀ। ਲੇਕਿਨ ਉਹਦੇ ਨਾਲ ਬਿਹਤਰ ਵੀ ਕੁਛ ਹੋਇਆ, ਕਿਉਂਕਿ ਕ੍ਰੀਏਟਿਵ ਪ੍ਰੋਸੈਸ ਬਹੁਤ ਜ਼ਿਆਦਾ ਤੇਜ਼ੀ ਨਾਲ ਵਧਿਆ। ਔਰ ਅਸੀਂ ਉੱਥੇ ਬੈਠ ਕੇ ਦੋਸਤਾਂ ਨਾਲ ਫ਼ੋਨ 'ਤੇ ਲਗਾਤਾਰ ਗੱਲਬਾਤ ਕੀਤੀ, ਜਿੱਥੇ ਜਿੱਥੇ ਇਹ ਸਮੱਸਿਆ ਆ ਰਹੀ ਸੀ। ਮੋਟੀਵੇਸ਼ਨਲ ਕੰਮ ਬਹੁਤ ਕੀਤਾ, ਕਿਉਂਕਿ ਜਿੱਥੇ ਮੈਂ ਰਹਿੰਦਾ ਉੱਥੇ ਸਲਮ ਏਰੀਆ ਬਹੁਤ ਜ਼ਿਆਦਾ ਸੀ, ਔਰ ਉੱਥੇ ਬੜੀ ਵੱਡੀ ਸਮੱਸਿਆ ਆਈ। ਲੋਕ ਜਿਹੜੇ ਡੇਲੀ ਬੇਸਿਸ 'ਤੇ ਕੰਮ ਕਰਦੇ ਸੀ, ਬੇਰੁਜ਼ਗਾਰ ਹੋ ਗਏ, ਉਹਨਾਂ ਲਈ ਰੋਟੀ ਪਾਣੀ ਦੀ ਸਮੱਸਿਆ ਸੀ। ਸੋ ਮੇਰੇ ਜਿਹੜੇ ਦੋਸਤ ਮਿੱਤਰ ਨੇ ਉੱਥੇ PCS ਨੇ ਜਾਂ ਵੱਡੇ ਅਹੁਦਿਆਂ 'ਤੇ ਨੇ, ਜਿਨ੍ਹਾਂ ਨੇ ਡੋਨੇਸ਼ਨ ਦਾ ਕੰਮ ਬਹੁਤ ਜ਼ੋਰ ਸ਼ੋਰ ਨਾਲ ਕੀਤਾ, ਉਹਦੇ ਵਿੱਚ ਬਹੁਤ ਸਾਰਾ ਪਾਰਟੀਸਪੇਸ਼ਨ ਕੀਤਾ। ਔਰ ਮੈਂ ਇਹ ਦੇਖਿਆ ਕਿ ਲਗਾਤਾਰ ਪਿਛਲਾ ਸਾਲ ਕਾਲਜ, ਯੂਨੀਵਰਸਿਟੀਆਂ, ਸਕੂਲ ਸਾਰਾ ਕੁਛ ਬੰਦ ਰਿਹਾ। ਉਹ 1 ਸਾਲ ਤਾਂ ਐਂ ਲੱਗਿਆ ਵੀ ਜਿਵੇਂ ਸਾਡੇ 'ਤੇ ਆਇਆ ਹੀ ਨਹੀਂ, ਜਾਂ ਇਸ ਤਰ੍ਹਾਂ ਦਾ ਆਇਆ ਕਿ ਅਸੀਂ 10 ਸਾਲ ਪਿੱਛੇ ਪੈ ਗਏ। ਉਹ ਮਾਨਸਿਕ ਤੌਰ 'ਤੇ ਤਸ਼ੱਦਦ ਵੀ ਬਹੁਤ ਚੱਲਿਆ। ਅਤੇ ਪਰ ਉਹਦੇ ਨਾਲ ਇਹ ਵੀ ਹੋਇਆ ਕਿ ਇੱਕ ਹੋਰ ਪਲੇਟਫਾਰਮ ਉਹਦੇ ਨਾਲ ਖੁੱਲ੍ਹ ਗਿਆ। ਉਹ ਇਹ ਸੀਗਾ ਕਿ ਲੋਕ ਘਰੇ ਬੈਠੇ ਬਹੁਤ ਸਾਰੇ ਸਟਰੈਸ ਦੇ ਵਿੱਚ ਆ ਗਏ ਸੀ, ਡਿਪਰੈਸ਼ਨ ਦੇ ਵਿੱਚ ਆ ਗਏ ਸੀ। ਉਹਨਾਂ ਨੂੰ ਕੱਢਣ ਦਾ ਇੱਕ ਤਰੀਕਾ ਇਹ ਵੀ ਸੀ, ਕਿਉਂਕਿ ਉੱਥੇ ਦਾ ਜਿਹੜਾ ਮੀਡੀਆ ਹੈ, ਖਾਸ ਕਰਕੇ ਇੰਡੀਆ ਦੇ ਵਿੱਚ, ਉਹ ਬਹੁਤ ਸਾਰਾ ਗੋਦੀ ਮੀਡੀਆ ਹੈ, ਅਤੇ ਲੋਕ ਉਹਨਾਂ ਨੂੰ ਪਸੰਦ ਹੀ ਨਹੀਂ ਕਰਦੇ ਸੀ ਦੇਖਣਾ। ਖਾਸ ਕਰ 1-2 ਚੈਨਲਾਂ ਨੂੰ ਛੱਡ ਕੇ NDTV ਵਿੱਚ ਛੱਡ ਦਈਏ ਤਾਂ। ਅਤੇ ਬਹੁਤ ਸਾਰਾ, ਕਿਉਂਕਿ ਉਹ ਇੰਨੇ ਸਟਰੈਸ ਦੇ ਵਿੱਚ ਆ ਗਏ ਸੀ, ਉਹ ਲੱਭ ਰਹੇ ਸੀ ਕਿਤਾਬ ਕਿਸ ਤਰ੍ਹਾਂ ਮਿਲੇ, ਅਤੇ ਉਹ ਸਾਨੂੰ ਕੰਟੈਕਟ ਕਰ ਰਹੇ ਸੀ। ਫਿਰ ਅਸੀਂ ਕੁਛ ਬੱਚਿਆਂ ਨਾਲ, ਜਿਹੜੇ ਮੇਰੇ ਬੇਟੇ ਦੇ ਹਾਣੀ ਨੇ, ਉਹਨਾਂ ਨੂੰ ਤਿਆਰ ਕੀਤਾ ਕਿ ਤੁਸੀਂ ਆਪਣੇ WhatsApp ਗਰੁੱਪ ਬਣਾਓ, Facebook ਗਰੁੱਪ ਬਣਾਓ, Amazon ਦੇ ਗਰੁੱਪ ਬਣਾ ਕੇ ਤੁਸੀਂ ਵੱਧ ਤੋਂ ਵੱਧ ਇਹਦੀ ਔਨਲਾਈਨ ਸੇਲ ਸ਼ੁਰੂ ਕਰੀਏ, ਜਿਹਦਾ 5-4 ਮਹੀਨੇ ਬਾਅਦ ਬਹੁਤ ਵੱਡਾ ਇੱਕ ਰੈਵੋਲੂਸ਼ਨ ਆਇਆ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਉਹ ਕਿਤਾਬ ਲੋਕਾਂ ਤੱਕ ਘਰ ਪਹੁੰਚਣ ਲੱਗ ਪਈ। ਉਹਦੇ ਨਾਲ ਇਹ ਹੋ ਗਿਆ ਕਿ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਗਿਆ, ਅਤੇ ਲੋਕਾਂ ਨੂੰ ਘਰ ਬੈਠੇ ਕਿਤਾਬ ਵੀ ਹਾਸਲ ਹੋਣੀ ਸ਼ੁਰੂ ਹੋ ਗਈ। ਕਿ 3-4 ਮਹੀਨੇ ਬਾਅਦ ਪੋਸਟ ਆਫਿਸ ਖੁੱਲ੍ਹ ਗਏ ਸੀ, ਕੋਰੀਅਰ ਖੁੱਲ੍ਹ ਗਿਆ ਸੀ। ਅਤੇ ਕਿਉਂਕਿ ਲੋਕ ਡਰ ਰਹੇ ਸੀ। ਪੰਜਾਬੀ ਭਵਨ ਦੇ ਵਿੱਚ ਮੈਨੂੰ ਯਾਦ ਹੈ ਕਿ ਪਿਛਲੇ ਸਾਲ ਕੋਈ ਵੀ ਲੇਖਕ ਉੱਥੇ ਪਾਰਟੀਸਪੇਟ ਨਹੀਂ ਕੀਤਾ, ਆਇਆ ਹੀ ਨਹੀਂ। ਅਸੀਂ ਅਕਸਰ ਕਹਿੰਦੇ ਸੀ ਪੰਜਾਬੀ ਭਵਨ 'ਚ ਹੁਣ ਸਾਡੇ ਤੋਂ ਇਲਾਵਾ ਉੱਲੂ ਬੋਲਦੇ ਨੇ, ਕਿਉਂਕਿ ਉੱਥੇ ਹੈ ਹੀ ਕੁਛ ਨਹੀਂ ਸੀ।
ਈਵਨ ਦੈਨ ਕੋਈ ਕੰਟੀਨ ਨਹੀਂ, ਕੋਈ ਕੁਛ ਨਹੀਂ, ਅਸੀਂ ਘਰੋਂ ਲੈ ਕੇ ਜਾਣਾ ਸਾਰਾ ਕੁਛ ਅਤੇ ਉਵੇਂ ਲੈ ਕੇ ਵਾਪਸ ਆਉਣਾ। ਇਸ ਸਾਲ ਜਨਵਰੀ ਤੋਂ ਲੈ ਕੇ ਮਾਰਚ ਦੇ ਵਿੱਚ ਥੋੜ੍ਹਾ ਜਿਹਾ ਮੌਸਮ ਖੁੱਲ੍ਹਿਆ, ਲੇਕਿਨ ਮਾਰਚ ਦੇ ਵਿੱਚ ਫਿਰ ਲੋਕਡਾਊਨ ਲੱਗ ਗਿਆ। ਉਹੀ ਸਿਚੁਏਸ਼ਨ ਬਣੀ ਜੋ ਪਿਛਲੇ ਸਾਲ ਸੀ। ਤੋ ਇਹ ਪਿਛਲੇ 2 ਸਾਲਾਂ ਦੇ ਵਿੱਚ ਹੋਇਆ ਕਿ ਹੁਣ ਸਕੂਲ ਤਾਂ ਹੁਣ ਖੁੱਲ੍ਹੇ ਨੇ, ਲੇਕਿਨ ਉਹ ਵੀ ਆਲਟਰਨੇਟਿਵ ਡੇ ਦੇ ਵਿੱਚ। ਇੱਕ ਦਿਨ ਬੱਚੇ ਇੱਕ ਜਾਂਦੇ ਨੇ, ਦੂਜੇ ਦਿਨ ਦੂਜੇ ਜਾਂਦੇ, ਜਾਂ ਸਵੇਰੇ ਜਾਂ ਸ਼ਾਮ ਨੂੰ ਜਾਂਦੇ ਨੇ। ਬਹੁਤਾ ਔਨਲਾਈਨ ਸਟੱਡੀ ਹੋ ਰਹੀ ਹੈ, ਔਰ ਕਾਲਜ ਵੀ ਹੁਣ ਖੁੱਲ੍ਹਣੇ ਸ਼ੁਰੂ ਹੋਏ ਨੇ, ਯੂਨੀਵਰਸਿਟੀਆਂ ਵੀ ਹੁਣ। ਅਤੇ ਪਿਛਲੇ ਪੌਣੇ 2 ਸਾਲ ਦੇ ਵਿੱਚ ਜਿਹੜਾ ਲਿਟਰੇਚਰ ਨੂੰ ਲੋਸ ਹੋਇਆ, ਉਹਦਾ ਕਿਤੇ ਨਾ ਕਿਤੇ ਜਿਹੜੇ ਸਟਰੈਸ ਦੇ ਵਿੱਚ ਲੋਕ ਆ ਗਏ ਸੀ, ਜਿਹੜੇ ਸ਼ਬਦ ਨੂੰ ਪਿਆਰ ਕਰਦੇ ਨੇ, ਉਹਨਾਂ ਰਾਹੀਂ ਉਹ ਕਵਰ ਅਪ ਹੋ ਰਿਹਾ। ਅਦਰਵਾਈਜ਼ ਬੜੀ ਮੁਸ਼ਕਿਲ ਆਈ ਹੈ, ਖਾਸ ਕਰਕੇ ਜਿਹੜਾ ਕ੍ਰਿਟਿਸਿਜ਼ਮ ਲਿਟਰੇਚਰ ਹੈ, ਆਲੋਚਨਾ ਦੀਆਂ ਕਿਤਾਬਾਂ ਨੇ, ਉਹ ਇੱਕ ਤਰ੍ਹਾਂ ਦਾ ਬੰਦ ਹੀ ਹੋ ਗਿਆ। ਕਿਉਂਕਿ ਜਦ ਕਾਲਜ ਬੰਦ ਹੋ ਗਏ, ਯੂਨੀਵਰਸਿਟੀਆਂ ਬੰਦ ਹੋ ਗਈਆਂ, ਅਤੇ ਜ਼ਾਹਿਰ ਹੈ ਕਿ ਉਹਨਾਂ ਨੂੰ ਪੜ੍ਹਨ ਵਾਲੇ ਲੋਕ ਵੀ ਉਹ ਪਿੱਛੇ ਪੈ ਗਏ, ਅਤੇ ਕ੍ਰੀਏਟਿਵ ਰਾਈਟਿੰਗ ਦੇ ਵਿੱਚ ਬਹੁਤ ਵੱਡਾ ਇੱਕ ਰੈਵੋਲੂਸ਼ਨ ਆ ਰਿਹਾ ਜੀ। ਤੇ ਜਿਹੜੀ ਰਚਨਾਤਮਕ ਲੇਖਣੀ ਸੀਗੀ, ਇਹ ਸਾਰਾ ਕੁਝ ਰੁਕ ਗਿਆ। ਜਿੱਦਾਂ ਪੰਜਾਬੀ ਫਿਲਮਾਂ ਸੀਗੀਆਂ, ਇਹ ਲੰਬਾ ਸਮਾਂ ਰੁਕੀਆਂ ਰਹੀਆਂ ਤੇ ਹੁਣ ਇੱਕਦਮ ਰਿਲੀਜ਼ ਹੋ ਰਹੀਆਂ। ਕਿਤਾਬਾਂ ਦੇ ਮਾਮਲੇ ਦੇ ਵਿੱਚ ਵੀ ਇਦਾਂ ਹੋਇਆ ਕਿ ਕਰੋਨਾ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਉਹ ਪਬਲਿਸ਼ ਨਹੀਂ ਕਰਵਾਈਆਂ ਤੇ ਹੁਣ ਇੱਕਦਮ ਇਕੱਠੀਆਂ ਕਿਤਾਬਾਂ ਸਾਹਮਣੇ ਆਉਣਗੀਆਂ, ਜਾਂ ਇਹਦੇ ਬਾਰੇ ਥੋੜ੍ਹੀ ਅਪਡੇਟ ਕਰੋਗੇ? ਨਹੀਂ, ਇਸ ਤਰ੍ਹਾਂ ਨਹੀਂ ਹੋਇਆ, ਕਿਉਂਕਿ ਪਬਲਿਸ਼ ਤਾਂ ਹੁੰਦਾ ਰਿਹਾ। ਇਹ ਹੈ ਕਿ 4 ਮਹੀਨੇ ਪਿਛਲੇ ਸਾਲ ਕੰਮ ਰੁਕਿਆ, 4-5 ਮਹੀਨੇ ਇਸ ਸਾਲ ਰੁਕਿਆ, ਲੇਕਿਨ ਬਾਕੀ ਪਬਲੀਕੇਸ਼ਨ ਹੁੰਦਾ ਰਿਹਾ, ਉਹ ਜ਼ਿਆਦਾ ਤਾਦਾਦ ਦੇ ਵਿੱਚ ਹੋਇਆ। ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲਗਾਤਾਰ ਕਿਤਾਬਾਂ ਰਿਲੀਜ਼ ਹੁੰਦੀਆਂ ਦੇਖੋਗੇ ਤੁਸੀਂ, ਕਿਉਂਕਿ ਜਿਵੇਂ ਹੁਣ ਅੱਜ ਤੋਂ ਗਦਰੀ ਬਾਬਿਆਂ ਦਾ ਮੇਲਾ ਜਲੰਧਰ ਦੇ ਵਿੱਚ ਸ਼ੁਰੂ ਹੈ, ਉੱਥੋਂ ਤੇ ਘੱਟੋ ਘੱਟ ਨਹੀਂ ਤਾਂ 50 ਕਿਤਾਬਾਂ ਰਿਲੀਜ਼ ਹੋਣਗੀਆਂ ਵੱਖ-ਵੱਖ ਲੇਖਕਾਂ ਦੀਆਂ। ਸਾਡੀਆਂ ਵੀ 10 ਕਿਤਾਬਾਂ ਉੱਥੇ ਰਿਲੀਜ਼ ਹੋ ਰਹੀਆਂ ਨੇ। ਹਰਵਿੰਦਰ ਭੰਡਾਲ ਦੀ ਕਿਤਾਬ ਹੈ ਪੰਜਾਬੀਆਂ ਦੀ ਮਰਨ ਮਿੱਟੀ, ਬਲਬੀਰ ਪਰਵਾਨਾ ਦਾ ਨਾਵਲ ਹੈ, ਪਾਲੀ ਭੁਪਿੰਦਰ ਦਾ ਨਾਵਲ ਹੈ, ਜਾਂ ਬਹੁਤ ਸਾਰੇ ਨਾਟਕ ਉੱਥੇ ਰਿਲੀਜ਼ ਹੋਣਗੇ। ਇਸੇ ਤਰ੍ਹਾਂ ਕਿਉਂਕਿ ਮੈਂ 2.5 ਮਹੀਨੇ ਕੈਨੇਡਾ ਦੇ ਵਿੱਚ ਹਾਂ, ਅਤੇ ਮੈਨੂੰ ਲੱਗਦਾ ਕਿ ਇੱਥੇ ਘੱਟੋ ਘੱਟ 20-22 ਕਿਤਾਬਾਂ ਅਸੀਂ ਰਿਲੀਜ਼ ਕਰਾਂਗੇ ਵੱਖ-ਵੱਖ ਲੇਖਕਾਂ ਦੀਆਂ। ਡਾਕਟਰ ਸਾਧੂ ਸਿੰਘ ਦੀ, ਜਰਨੈਲ ਸਿੰਘ ਸੇਖਾ ਦੀ, ਨਦੀਮ ਪਰਮਾਰ ਹੋਣਾ ਦੀ, ਰਾਣਾ ਰਣਬੀਰ ਹੋਣਾ ਦੀ ਇੱਕ ਸਵੈ ਜੀਵਨੀ ਦੇ ਤਹਿਤ ਇੱਕ ਕਿਤਾਬ ਆ ਰਹੀ ਹੈ, ਕਲਾਕਾਰੀਆਂ ਵਾਡਾਕਾਰੀ ਕਿਤਾਬ ਹੈ 400 ਪੇਜ ਦੀ, ਉਹ ਵੀ ਰਿਲੀਜ਼ ਕਰਾਂਗੇ। ਗੁਰਪ੍ਰੀਤ ਦੀਆਂ ਰਿਲੀਜ਼ ਕਰਾਂਗੇ, ਇੰਦਰਜੀਤ ਸਿੱਧੂ ਦੀਆਂ, ਮੋਹਨ ਗਿੱਲ ਦੀਆਂ, ਜਿਹੜੀਆਂ ਕਿਸਾਨ ਅੰਦੋਲਨ 'ਤੇ ਬਕਾਇਦਾ ਸਾਹਿਤ ਲਿਖਿਆ ਗਿਆ, ਉਹ ਵੀ ਇੱਥੇ ਰਿਲੀਜ਼ ਹੋਏਗਾ। ਔਰ ਮੈਨੂੰ ਲਗਾਤਾਰ ਕਿ ਲੱਗ ਰਿਹਾ ਕਿ 2.5 ਮਹੀਨੇ ਦੇ ਵਿੱਚ ਜ਼ਿਆਦਾ ਨਹੀਂ ਤਾਂ 12-15 ਅਸੀਂ ਫੰਕਸ਼ਨ ਰਿਲੀਜ਼ ਦੇ ਕਰਾਂਗੇ ਜੀ। ਤੇ ਜਿਹੜੇ ਇੱਥੇ ਪਾਠਕ ਨੇ, ਇਹਨਾਂ ਦੀ ਕੋਈ ਖਾਸ ਮੰਗ ਹੁੰਦੀ ਆ? ਤੁਸੀਂ ਪੰਜਾਬ ਦੇ ਵਿੱਚ ਵੀ ਪ੍ਰਦਰਸ਼ਨੀਆਂ ਲਾਉਣੇ ਆ, ਉੱਥੇ ਤੁਹਾਡੀ ਪਬਲੀਕੇਸ਼ਨ ਆ, ਕੈਨੇਡਾ ਅਮਰੀਕਾ ਦੇ ਵਿੱਚ ਵੀ ਆਉਣੇ ਆ, ਇੱਥੇ ਕੈਨੇਡਾ ਅਮਰੀਕਾ ਦੇ ਵਿੱਚ ਕੋਈ ਖਾਸ ਫਰਕ ਹੁੰਦਾ ਲੋਕਾਂ ਦੀ ਪਸੰਦ ਦੇ ਵਿੱਚ? ਕਿਤਾਬਾਂ ਦੇ ਮਾਮਲੇ 'ਚ ਕੋਈ ਖਾਸ ਟਾਈਟਲ ਚੁਣ ਕੇ ਲਿਆਉਣੇ ਪੈਂਦੇ ਆ ਜਾਂ ਕੋਈ ਫਰਕ ਨਹੀਂ? ਨਹੀਂ, ਇਸ ਤਰ੍ਹਾਂ ਕਿ ਜਿਹੜੀ ਕਿਤਾਬ ਪੰਜਾਬ ਦੇ ਵਿੱਚ ਪਾਪੂਲਰ ਹੋ ਜਾਂਦੀ ਹੈ, ਪੰਜਾਬ 'ਚ ਰਿਲੀਜ਼ ਹੁੰਦੀ ਹੈ, ਜਾਂ ਪੰਜਾਬ ਦੇ ਵਿੱਚ ਉਹਦੇ ਬਾਰੇ ਰਿਵਿਊ ਲਿਖੇ ਜਾਂਦੇ ਨੇ, ਆਰਟੀਕਲ ਛਪਦੇ ਨੇ, ਜ਼ਾਹਿਰ ਹੈ ਕਿ ਉਹ ਇੱਥੇ ਵੀ ਉਨੀ ਪਾਪੂਲਰ ਹੁੰਦੀ ਹੈ। ਬਾਕੀ ਇਹ ਹੈ ਕਿ ਇੱਥੋਂ ਦੇ ਜਿਹੜਾ ਰੁਝਾਨ ਹੈ ਥੋੜ੍ਹਾ ਜਿਹਾ ਵੱਖਰਾ ਹੈ। ਉਹ ਇਸ ਤਰ੍ਹਾਂ ਕਿ ਇੱਥੇ ਬਹੁਤਾ ਨਾਵਲ, ਵਾਰਤਕ ਜਾਂ ਕਰੰਟ ਅਫੇਅਰ ਦੀਆਂ ਲਿਟਰੇਚਰ ਪੜ੍ਹਿਆ ਜਾਂਦਾ ਹੈ। ਇੱਥੇ ਪੋਇਟਰੀ ਘੱਟ ਪੜ੍ਹੀ ਜਾਂਦੀ ਹੈ, ਆਲੋਚਨਾ ਤਾਂ ਨਾ ਮਾਤਰ ਹੀ ਪੜ੍ਹਦੇ ਨੇ ਲੋਕ। ਜਾਂ ਥੀਏਟਰ, ਜਿਸ ਤਰ੍ਹਾਂ ਤੁਸੀਂ ਥੀਏਟਰ ਕਰਦੇ ਹੋ, ਹੋਰ ਦੋਸਤ ਮਿੱਤਰ ਥੀਏਟਰ ਕਰਦੇ ਨੇ, ਅਤੇ ਨਾਟਕ ਦੀ ਕਿਤਾਬ ਵੀ ਉਹਦੇ ਨਾਲ ਪੜ੍ਹਨੀ ਸ਼ੁਰੂ ਹੋ ਗਈ ਹੈ। ਲੇਕਿਨ ਜ਼ਿਆਦਾਤਰ ਵਾਰਤਕ, ਕਹਾਣੀ ਔਰ ਨਾਵਲ ਹੀ ਪੜ੍ਹਿਆ ਜਾਂਦਾ ਹੈ। ਅਸੀਂ ਪਿਛਲੇ ਦਿਨੀ ਗੁਰਦਿਆਲ ਸਿੰਘ ਦਾ ਸਾਰਾ ਲਿਟਰੇਚਰ ਪਬਲਿਸ਼ ਕੀਤਾ, ਔਰ ਮੈਂ ਜਿਸ ਦਿਨ ਦਾ ਆਇਆ ਉਹ ਲਗਾਤਾਰ ਲੋਕ ਗੁਰਦਿਆਲ ਸਿੰਘ ਨੂੰ ਡਿਮਾਂਡ ਕਰ ਰਹੇ ਨੇ। ਜਸਵੰਤ ਸਿੰਘ ਕੰਵਲ ਦਾ ਸਾਰਾ ਸਾਹਿਤ ਪਬਲਿਸ਼ ਕੀਤਾ, ਮਨਮੋਹਨ ਬਾਵਾ ਦਾ ਕੀਤਾ, ਬਲਦੇਵ ਸਿੰਘ ਦਾ ਤਾਂ ਹੈ ਹੀ ਹੈ, ਪਹਿਲਾਂ ਦਾ ਹੀ ਹੈ। ਇਸ ਤਰ੍ਹਾਂ ਜਰਨੈਲ ਸਿੰਘ ਸੇਖਾ, ਨਦੀਮ ਪਰਮਾਰ ਜਾਂ ਡਾਕਟਰ ਸਾਧੂ ਸਿੰਘ ਕਿਤਾਬਾਂ ਦੀ ਡਿਮਾਂਡ ਵਧੀ ਹੈ। ਔਰ ਇਸ ਤੋਂ ਇਲਾਵਾ ਸਿੱਖ ਇਤਿਹਾਸ ਨਾਲ ਜਿੰਨਾ ਵੀ ਲਿਟਰੇਚਰ ਪਬਲਿਸ਼ ਹੁੰਦਾ ਹਰ ਸਾਲ ਵੱਖ-ਵੱਖ ਪਬਲਿਸ਼ਰਾਂ ਦਾ, ਉਹ ਸਾਰਾ ਇੱਥੇ ਅਵੇਲੇਬਲ ਆ। ਔਰ ਮੈਂ ਦੇਖਿਆ ਕਿ ਸਿੱਖ ਇਤਿਹਾਸ ਨਾਲ ਜ਼ਿਆਦਾ ਸਾਹਿਤ ਵੀ ਇੱਥੇ ਪੜ੍ਹਦੇ ਨੇ ਲੋਕ। ਗੁਲਾਟੀ ਜੀ, ਇਹਦੇ ਵਿੱਚ ਸਿਰਫ ਤੁਹਾਡੀ ਜਿਹੜੀਆਂ ਕਿਤਾਬਾਂ ਪਬਲਿਸ਼ ਕੀਤੀਆਂ ਹੁੰਦੀਆਂ ਉਹੀ ਅਵੇਲੇਬਲ ਹੁੰਦੀਆਂ, ਜਾਂ ਦੂਜੇ ਪਬਲਿਸ਼ਰਸ ਦੀਆਂ ਕਈ ਵਾਰੀ ਬਹੁਤ ਸਾਰੀਆਂ ਕੰਮ ਦੀਆਂ ਕਿਤਾਬਾਂ ਹੁੰਦੀਆਂ ਜਿਹੜੀ ਲੋਕ ਲੈਣਾ ਚਾਹੁੰਦੇ ਉਹ ਵੀ ਤੁਹਾਡੇ ਕੋਲ ਅਵੇਲੇਬਲ ਹੁੰਦੀਆਂ ਜੀ ਕੁਛ, ਜਾਂ ਕੀ ਹੁੰਦਾ ਇਹਦਾ? ਜਿਹੜਾ ਹੋਰ ਪਬਲਿਸ਼ਰਾਂ ਦੀਆਂ ਜਿਹੜੀਆਂ ਜ਼ਿਆਦਾ ਪਾਪੂਲਰ ਕਿਤਾਬਾਂ ਹੋ ਜਾਂਦੀਆਂ, ਉਹ ਸਾਰੀਆਂ ਅਸੀਂ ਮੰਗਵਾਉਂਦੇ ਹਾਂ, ਖਾਸ ਕਰ ਸਿੰਘ ਬ੍ਰਦਰ, ਨੈਸ਼ਨਲ ਬੁੱਕ ਸ਼ਾਪ, ਜਾਂ ਨਵਯੁੱਗ ਦੀਆਂ, ਜਾਂ ਹੋਰ ਪਬਲਿਸ਼ਰਾਂ ਦੀਆਂ, ਪ੍ਰਕਾਸ਼ਕਾਂ ਦੀਆਂ ਜਿਹੜੀਆਂ ਕਿਤਾਬਾਂ ਦੀ ਲੋਕ ਡਿਮਾਂਡ ਕਰਦੇ ਨੇ, ਉਹ ਮੰਗਵਾਉਂਦੇ ਹਾਂ ਜੀ ਬਕਾਇਦਾ। ਤੇ ਪਿਛਲੇ ਸਮੇਂ ਦੇ ਵਿੱਚ ਕੀ ਰੁਝਾਨ ਆ ਪੰਜਾਬੀ ਪਾਠਕਾਂ ਦਾ? ਕਈ ਵਾਰੀ ਗੱਲਬਾਤ ਹੁੰਦੀ ਹੈ ਕਿ ਜੀ ਇੱਕ ਪਹਿਲੀ ਪੀੜ੍ਹੀ ਸੀਗੀ ਜਿਹੜੀ ਕਿਤਾਬਾਂ ਪੜ੍ਹਦੀ ਸੀ, ਉਹਨਾਂ ਦਾ ਕਿਤਾਬਾਂ ਨਾਲ ਵਾਹ ਵਾਸਤਾ ਸੀ, ਹੁਣ ਇੱਦਾਂ ਦੀ ਕੋਈ ਗੱਲਬਾਤ ਨਹੀਂ। ਇੱਥੇ ਖਾਸ ਕਰ ਜਿਹੜੇ ਸਾਡੇ ਸਟੂਡੈਂਟ ਆਉਂਦੇ ਆ ਪੰਜਾਬ ਤੋਂ, ਉਹਨਾਂ ਦੇ ਵਿੱਚ ਪੜ੍ਹਨ ਦਾ ਰੁਝਾਨ ਕਿਸ ਤਰ੍ਹਾਂ ਦਾ ਜੀ? ਕੋਈ ਉਹ ਵੀ ਪਾਠਕ ਹੁੰਦੇ ਆ? ਮੈਨੂੰ ਬੜੀ ਜਸਕਰਨ ਜੀ ਹੈਰਾਨੀ ਹੋਈ ਜਦੋਂ 5 ਸਾਲ ਪਹਿਲਾਂ ਮੈਂ ਦੇਖ ਰਿਹਾ ਸੀ ਕਿ ਬਹੁਤ ਸਾਰਾ ਸਟੂਡੈਂਟ ਇੱਥੇ ਆ ਰਿਹਾ
ਪੜ੍ਹਨ ਵਾਸਤੇ ਮਾਈਗ੍ਰੇਟ ਹੋ ਕੇ। ਔਰ ਹੁਣ ਕਿਉਂਕਿ 60 ਤੋਂ 70 ਹਜ਼ਾਰ ਸਟੂਡੈਂਟ ਹਰ ਸਾਲ ਕੈਨੇਡਾ ਦੇ ਵਿੱਚ ਆ ਰਿਹਾ, ਔਰ ਮੇਰੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਉਹਦੇ ਵਿੱਚ ਜਿਹੜੇ ਮੇਰੇ ਕੋਲੇ ਕਲਾਇੰਟ ਆਉਂਦੇ ਨੇ, ਕਸਟਮਰ ਆਉਂਦੇ ਨੇ, ਉਹਨਾਂ ਦਾ 30% ਸਟੂਡੈਂਟ ਹੁੰਦਾ। ਇਹ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਜਿਹੜਾ ਸਟੂਡੈਂਟ ਹੈ ਉਹ ਘੱਟੋ ਘੱਟ ਜਾਂ ਤਾਂ ਲੇਖਕਾਂ ਦੇ ਬੱਚੇ ਨੇ, ਜਾਂ ਐਕਟੀਵਿਸਟਾਂ ਦੇ ਬੱਚੇ ਨੇ, ਜਾਂ ਉਹ ਬੱਚੇ ਨੇ ਜਿਨ੍ਹਾਂ ਦੇ ਪੇਰੈਂਟਸ ਲਗਾਤਾਰ ਉੱਥੇ ਸਾਹਿਤ ਪੜ੍ਹ ਰਹੇ ਨੇ। ਅਤੇ ਜ਼ਾਹਿਰ ਹੈ 1/3 ਤਾਂ ਉਹੀ ਲੋਕ ਨੇ, ਉਹੀ ਬੱਚੇ ਆਏ ਨੇ ਜਿਨ੍ਹਾਂ ਦੇ ਪੇਰੈਂਟ ਟੀਚਰ ਨੇ, ਪ੍ਰੋਫੈਸਰ ਨੇ, ਜਾਂ ਅੱਛੇ ਅਹੁਦਿਆਂ 'ਤੇ ਬੈਠੇ ਨੇ, ਔਰ ਉਹਨਾਂ ਦੀ ਕੋਸ਼ਿਸ਼ ਹੈ ਕਿ ਉਹ ਆਪ ਲਿਟਰੇਚਰ ਪੜ੍ਹਦੇ ਨੇ। ਉਹ ਇਸ ਕਰਕੇ ਉਹਨਾਂ ਦੇ ਬੱਚੇ ਵੀ ਉਸੇ ਤਰ੍ਹਾਂ ਜੁੜਦੇ ਨੇ। ਮੈਨੂੰ ਖੁਸ਼ੀ ਹੁੰਦੀ ਹੈ ਕਿ 30% ਬੱਚੇ ਲਿਸਟਾਂ ਲੈ ਕੇ ਆਉਂਦੇ ਨੇ ਕਿ ਮੈਨੂੰ ਫਲਾਣੀ ਕਿਤਾਬ ਦੇ ਦਿਓ, ਫਲਾਣੀ ਦੇ ਦਿਓ। ਬੜੀ ਹੈਰਾਨੀ ਹੁੰਦੀ ਹੈ ਕਿ ਇਹਨਾਂ ਕੋਲੇ ਸਾਰੀ ਇਨਫੋਰਮੇਸ਼ਨ, ਜਾਣਕਾਰੀ ਹੈ ਜਿਹੜੀ ਸਾਡੇ ਕੋਲ ਵੀ ਨਹੀਂ ਹੁੰਦੀ। ਕਈ ਵਾਰ ਇਹਨਾਂ ਕੋਲੋਂ ਸਾਨੂੰ ਪਤਾ ਲੱਗਦਾ ਫਲਾਣੀ ਕਿਤਾਬ, ਅੱਛਾ ਅਸੀਂ ਵੀ ਹੈਰਾਨੀ ਹੁੰਦੇ ਵੀ ਸਾਡੇ ਨੌਲੇਜ ਨਹੀਂ ਆਈ, ਲੇਕਿਨ ਇਹਨਾਂ ਬੱਚਿਆਂ ਨੂੰ ਪਤਾ ਹੈ। ਸੋ ਇਹ ਖੁਸ਼ੀ ਦੀ ਗੱਲ ਹੈ ਕਿਉਂਕਿ ਜੇ 1/3 ਬੱਚੇ ਵੀ ਸਾਹਿਤ ਨਾਲ ਜੁੜ ਰਹੇ ਤਾਂ ਆਪਾਂ ਉਹਦੀ ਡਾਟਾ ਕੱਢ ਸਕਦੇ ਹਾਂ ਆਉਣ ਵਾਲੇ 10 ਸਾਲਾਂ ਦੇ ਵਿੱਚ ਕਿੰਨੇ ਲੋਕ ਸਾਹਿਤ ਨਾਲ ਜੁੜਨਗੇ, ਔਰ ਸਾਹਿਤ ਦਾ ਜਿਹੜਾ ਪਾਠਕ ਵਰਗ ਹੈ, ਪੰਜਾਬੀ ਸਾਹਿਤ ਦਾ ਜਿਹੜਾ ਪਾਠਕ ਵਰਗ ਹੈ, ਉਹ ਵਧੇਗਾ, ਘਟੇਗਾ ਨਹੀਂ ਜੀ। ਬਿਲਕੁਲ, ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਵਿਦਿਆਰਥੀ ਕਿਤਾਬਾਂ ਪੜ੍ਹ ਰਹੇ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਿਲਕੁਲ ਇੱਕ ਲਗਾਤਾਰ ਲੜੀ ਜਿਹੜੀ ਹੈ ਅੱਗੇ ਵੱਧਦੀ ਜਾਣੀ ਹੈ। ਬਾਕੀ ਜਿਹੜੀਆਂ ਜ਼ੁਬਾਨਾਂ ਦੀਆਂ ਕਿਤਾਬਾਂ ਨੇ ਉਹ ਵੀ ਤੁਹਾਡੇ ਕੋਲ ਹੁੰਦੀਆਂ ਨੇ ਜੀ ਕੁਛ? ਹਾਂਜੀ, ਹਿੰਦੀ ਦਾ ਬਹੁਤ ਸਾਰਾ ਸਾਹਿਤ, ਮੈਂ ਜਿਸ ਦਿਨ ਆਇਆ ਉਹ ਪਹਿਲੇ 2 ਦਿਨਾਂ ਦੇ ਵਿੱਚ ਹੀ ਹਿੰਦੀ ਦੀਆਂ ਸਾਹਿਤ ਦੀਆਂ ਕਿਤਾਬਾਂ ਲਗਭਗ ਖਤਮ ਹੋ ਗਈਆਂ। ਮੈਂ ਬਕਾਇਦਾ ਕੋਰੀਅਰ ਮੰਗਾਏ ਨੇ ਜਿਹੜੇ ਅੱਜ ਮੇਰੇ ਕੋਲੇ ਪਹੁੰਚ ਰਹੇ ਨੇ। ਕਰੀਬ 200-250 ਕਿਤਾਬ ਮੈਂ ਕੋਰੀਅਰ ਰਾਹੀਂ ਮੰਗਵਾਈ ਹੈ। ਔਰ ਹੋਰ ਵੀ ਜਿਵੇਂ ਜਿਵੇਂ ਮੈਨੂੰ ਦੋਸਤ ਮਿੱਤਰ ਕਹਿ ਕੇ ਜਾਂਦੇ ਨੇ ਫਲਾਣੀ ਕਿਤਾਬ ਚਾਹੀਦੀ ਹੈ, ਮੈਂ ਨੋਟ ਕਰ ਲੈਂਦਾ, ਬੇਟੇ ਨੂੰ ਉੱਥੇ ਫੋਨ ਕਰ ਦੇਣਾ, 5ਵੇਂ-6ਵੇਂ ਦਿਨ ਸਾਡੇ ਕੋਲ ਕੋਰੀਅਰ ਆ ਜਾਂਦਾ, ਔਰ ਹਰ ਕਿਤਾਬ ਉਹਨਾਂ ਨੂੰ ਅਵੇਲੇਬਲ ਕਰਵਾ ਰਿਹਾ। ਮੈਂ ਕਹਿੰਦਾ ਕਿਸੇ ਵੀ ਪ੍ਰਕਾਸ਼ਕ ਦੀ ਕਿਤਾਬ ਚਾਹੀਦੀ ਹੈ, ਚਾਹੇ ਹਿੰਦੀ ਦੀ ਹੈ, ਚਾਹੇ ਇੰਗਲਿਸ਼ ਦੀ ਹੈ, ਚਾਹੇ ਪੰਜਾਬੀ ਦੀ ਹੈ, ਕਿਤਾਬ ਤੁਹਾਨੂੰ ਮੁਹੱਈਆ ਕਰਾਵਾਂਗੇ। ਉਹ ਸਾਡਾ ਫਰਜ਼ ਹੈ ਕਿਉਂਕਿ ਸਾਡਾ ਕੰਮ ਪੰਜਾਬੀ ਸਾਹਿਤ ਨੂੰ ਜਾਂ ਸਾਹਿਤ ਨੂੰ ਪ੍ਰਮੋਟ ਕਰਨਾ, ਪ੍ਰਚਾਰ ਕਰਨਾ ਹੈ। ਅਤੇ ਜੇ ਲੋਕਾਂ ਕੋਲ ਕਿਤਾਬ ਜਾਏਗੀ, ਉਹਨਾਂ ਨੂੰ ਉਹਦਾ ਇੰਟਰਸਟ ਵਧੇਗਾ, ਇੱਕ ਕਿਤਾਬ ਪੜ੍ਹੇਗਾ, 4 ਕਿਤਾਬਾਂ ਲਈ ਹੋਰ ਉਹਦੇ 'ਚ ਕਿਓਸਿਟੀ ਜਾਗੇਗੀ, ਅਤੇ ਜ਼ਾਹਿਰ ਹੈ ਪੰਜਾਬੀ ਸਾਹਿਤ ਜਾਂ ਕਿਸੇ ਵੀ ਜ਼ਬਾਨ ਦਾ ਸਾਹਿਤ ਪੜ੍ਹਿਆ ਜਾਏਗਾ ਜੀ। ਬਾਕੀ ਭਾਸ਼ਾਵਾਂ ਦੇ ਮੁਕਾਬਲੇ ਤੁਹਾਡਾ ਕੀ ਜਿਹੜੀ ਆਬਜ਼ਰਵੇਸ਼ਨ ਆ ਕਿ ਸਾਡਾ ਪੰਜਾਬੀ ਲਿਟਰੇਚਰ ਦੇ ਵਿੱਚ ਕਿਤਾਬਾਂ ਦੀ ਪੜ੍ਹਾਉਣ ਦੀ ਜਿਹੜੀ ਰੁਚੀ ਕਿਸ ਤਰ੍ਹਾਂ ਆ, ਬਾਕੀ ਜੇਕਰ ਭਾਰਤੀ ਭਾਸ਼ਾਵਾਂ ਦੇ ਹਿਸਾਬ ਨਾਲ ਦੇਖਿਆ ਜਾਵੇ, ਕੋਈ ਅੰਦਾਜ਼ਾ ਲਾਇਆ ਜਾ ਸਕਦਾ? ਹਾਂਜੀ ਬਿਲਕੁਲ ਜੀ, ਮੈਂ ਰੂਟਸ ਬਾਰੇ ਗੱਲ ਕਰਨੀ ਸ਼ੁਰੂ ਕਰਾਂਗਾ। ਰੂਟਸ ਇੱਕ ਪੰਜਾਬੀ 'ਚ ਅਨੁਵਾਦ ਕੀਤਾ ਇਹੋ ਜਿਹਾ ਨਾਵਲ ਹੈ ਜਿਹੜਾ ਕਿਸੇ ਵੀ ਹਿੰਦੁਸਤਾਨੀ ਹੋਰ ਜ਼ਬਾਨ ਦੇ ਵਿੱਚ ਅਨੁਵਾਦ ਨਹੀਂ ਹੋਇਆ। ਐਲੈਕਸ ਹੈਕਸਲੇ ਦਾ ਸੀ, ਪਿੱਛੇ ਜੇ 100ਵਾਂ ਦਿਨ ਵੀ ਬਣਾਇਆ, ਉਹਨਾਂ ਦੀ ਸ਼ਤਾਬਦੀ ਵੀ ਸੀ। ਅਤੇ ਮੈਂ ਉੱਥੇ ਅਕਸਰ ਪੰਜਾਬ ਦੇ ਵਿੱਚ ਵੀ ਗੱਲ ਵੀ ਕਰਦਾ ਲੈ ਵੀ ਇਹ ਬੰਗਲਾ, ਹਿੰਦੀ, ਮਰਾਠੀ ਜਾਂ ਹੋਰ ਕੰਨੜ ਲੈਂਗੁਏਜ ਦੇ ਵਿੱਚ ਇਹ ਅਨੁਵਾਦ ਨਹੀਂ ਹੋਇਆ, ਲੇਕਿਨ ਪੰਜਾਬੀ ਦੇ ਵਿੱਚ ਹੋ ਗਿਆ। ਜੇ ਡਾਟਾ ਪੇਸ਼ ਕਰੀਏ ਤਾਂ ਜਿਵੇਂ ਬੰਗਾਲ ਦੀ 20 ਕਰੋੜ ਦੀ ਆਬਾਦੀ ਹੈ, ਜਾਂ ਮਰਾਠਾ ਗੁਜਰਾਤ ਦੀ ਆਬਾਦੀ ਸਾਡੇ ਤੋਂ ਬਹੁਤ ਜ਼ਿਆਦਾ ਹੈ, ਲੇਕਿਨ ਪੰਜਾਬੀਆਂ ਦੀ ਕਿਉਂਕਿ 2.5-3 ਕਰੋੜ ਹੈ, ਟੋਟਲ ਮਿਲਾ ਲਈ ਤਾਂ ਆਪੇ 2.5-3 ਕਰੋੜ ਤੋਂ ਵੱਧ ਨਹੀਂ ਹੈ। ਲੇਕਿਨ ਉਸ ਦੇ ਬਾਵਜੂਦ ਜੇ ਡਾਟਾ ਕਰੀਏ ਤਾਂ ਪੰਜਾਬੀ ਦੀ ਕਿਤਾਬ ਜ਼ਿਆਦਾ ਪਬਲਿਸ਼ ਹੁੰਦੀ ਹੈ, ਜ਼ਿਆਦਾ ਪੜ੍ਹੀ ਜਾਂਦੀ ਹੈ। ਸਾਡੇ ਕੋਲ ਐਸੇ ਵੀ ਲੇਖਕ ਨੇ ਜਿਨ੍ਹਾਂ ਦੇ 100 ਐਡੀਸ਼ਨ ਵੀ ਪ੍ਰਕਾਸ਼ਿਤ ਹੋਏ ਨੇ, ਔਰ ਬਹੁਤ ਜ਼ਿਆਦਾ ਲੇਖਕ ਨੇ ਜਿਵੇਂ ਜਸਵੰਤ ਸਿੰਘ ਕੰਵਲ ਹੈ, ਨਾਨਕ ਸਿੰਘ ਹੈ, ਜਾਂ ਗੁਰਦਿਆਲ ਸਿੰਘ ਹੈ, ਜਾਂ ਮਨਮੋਹਨ ਬਾਵਾ ਹੈ, ਜਾਂ ਰਸ਼ੀਅਨ ਸਾਹਿਤ ਦੀ ਆਪਾਂ ਗੱਲ ਕਰੀਏ ਤਾਂ ਬਹੁਤ ਸਾਰਾ ਲਿਟਰੇਚਰ ਹੈ, ਜਾਂ ਡਾਕਟਰ ਜਗਤਾਰ ਹੈ, ਪਾਸ਼ ਹੈ, ਪਾਤਰ ਹੈ। ਇਹਨਾਂ ਦੀਆਂ ਕਿਤਾਬਾਂ ਦੇ ਐਡੀਸ਼ਨ ਲਗਾਤਾਰ ਪਬਲਿਸ਼ ਹੁੰਦੇ ਨੇ, ਔਰ ਇਹ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਦੀ ਜ਼ਬਾਨ, ਪੰਜਾਬੀ ਨੂੰ ਪੜ੍ਹਨ ਵਾਲੇ ਬਹੁਤ ਥੋੜ੍ਹੇ ਨੇ, ਪਰ ਉਹਦਾ ਜਿਹੜਾ ਸਾਹਿਤ ਹੈ ਉਹ ਜ਼ਿਆਦਾ ਪੜ੍ਹਿਆ ਜਾ ਰਿਹਾ ਦੂਜੀਆਂ ਜ਼ਬਾਨਾਂ ਦੇ ਮੁਕਾਬਲੇ, ਜੇ ਪਰਸੈਂਟੇਜ ਕੱਢੀਏ ਪਾਪੂਲੇਸ਼ਨ ਮੁਤਾਬਕ। ਲੋਕਾਂ ਦੇ ਪੜ੍ਹਨ ਦੇ ਵਿੱਚ ਕੋਈ ਤਬਦੀਲੀ ਆਈ ਹੈ ਜੀ ਪਿਛਲੇ ਸਮੇਂ ਦੇ ਵਿੱਚ? ਕਿਹੜੇ ਲੇਖਕ ਵੱਧ ਪੜ੍ਹੇ ਜਾਂਦੇ ਸੀ, ਜਾਂ ਨਵੇਂ ਲੇਖਕਾਂ ਨੂੰ ਜ਼ਿਆਦਾ ਪੜ੍ਹ ਰਹੇ ਨੇ? ਕੁਛ ਇੱਦਾਂ ਦਾ ਰੁਝਾਨ ਦੇਖਣ ਨੂੰ ਮਿਲਦਾ? ਹਾਂਜੀ, ਦੋਨੋਂ ਤਰ੍ਹਾਂ ਦਾ ਹੀ ਹੋਇਆ ਜੀ। ਪਹਿਲਾਂ ਜਿਵੇਂ ਨਾਨਕ ਸਿੰਘ ਸਾਡੇ ਕੋਲੇ ਬਹੁਤ ਪੜ੍ਹਿਆ ਜਾਂਦਾ ਸੀ, ਜਸਵੰਤ ਸਿੰਘ ਕੰਵਲ ਪੜ੍ਹਿਆ ਜਾਂਦਾ ਸੀ, ਗੁਰਦਿਆਲ ਸਿੰਘ ਪੜ੍ਹਿਆ ਜਾਂਦਾ ਸੀ। ਹੁਣ ਜਦੋਂ ਨਵੀਂ ਦੀ ਗੱਲ ਕਰਦੇ ਤਾਂ ਨਵੇਂ ਕਹਾਣੀਕਾਰ, ਨਵੇਂ ਨਾਵਲਕਾਰ ਉੱਠੇ ਨੇ ਜੀ, ਨਵੇਂ ਕਵੀ ਉੱਠੇ ਨੇ। ਜਸਵੰਤ ਜਫਰ ਜਿਵੇਂ ਲਗਾਤਾਰ ਪੜ੍ਹਿਆ ਜਾ ਰਿਹਾ, ਕੋਈ ਉਹਨਾਂ ਨੂੰ ਪ੍ਰੋਬਲਮ ਨਹੀਂ ਆਈ। ਗੁਰਤੇਜ ਕੁਹਾਰਵਾਲਾ, ਵਿਜੇ ਵਿਵੇਕ ਹੈ, ਸੁਰਜੀਤ ਜੱਜ ਹੈ, ਜਾਂ ਕੁਲਵਿੰਦਰ ਹੈ, ਇਹਨਾਂ ਦੀ ਕੋਈ ਸਮੱਸਿਆ ਨਹੀਂ। ਦਵਿੰਦਰ ਪੂਨੀਆ ਲਗਾਤਾਰ ਉੱਥੇ ਪੜ੍ਹਿਆ ਜਾ ਰਿਹਾ। ਇਸੇ ਤਰ੍ਹਾਂ ਜਿਹੜੇ ਕਵੀ ਨੇ ਜਿਵੇਂ ਲਖਵਿੰਦਰ ਜੌਲ ਹੈ, ਡਾਕਟਰ ਮਨਮੋਹਨ ਹੈ, ਉਹਨਾਂ ਦੀਆਂ ਕਿਤਾਬਾਂ 12 ਕਿਤਾਬਾਂ ਕਵਿਤਾ ਦੀਆਂ ਆਈਆਂ ਪਿਛਲੇ 7-8 ਸਾਲਾਂ 'ਚ, ਉਹ ਲਗਾਤਾਰ ਪੜ੍ਹੇ ਜਾ ਰਹੇ ਨੇ। ਰਾਮ ਸਿੰਘ ਲਗਾਤਾਰ ਪੜ੍ਹਿਆ ਜਾ ਰਿਹਾ। ਪਵਨ ਗੁਲਾਟੀ ਦੀ ਕਿਤਾਬ ਆਈ ਜਿਹਦਾ ਬਹੁਤ ਸੋਹਣਾ ਰਿਸਪੌਂਸ ਮਿਲਿਆ। ਇਵੇਂ ਬਹੁਤ ਸਾਰੇ ਨਾਵਲ ਜਿਵੇਂ ਪਾਲੀ ਭੁਪਿੰਦਰ ਨੇ ਲਗਾਤਾਰ ਨਾਟਕ ਲਿਖੇ, ਨਾਟਕਾਂ ਦੇ ਵਿੱਚ ਬੜਾ ਵੱਡਾ ਨਾਮ ਹੈ। ਉੱਥੇ ਕੋਈ ਐਸਾ ਯੂਥ ਫੈਸਟੀਵਲ ਨਹੀਂ ਹੁੰਦਾ ਜਿਸ 'ਚ ਉਹਦਾ ਪਲੇਅ ਨਹੀਂ ਖੇਡਿਆ ਜਾਂਦਾ ਜਾਂ ਇਨਾਮ ਨਹੀਂ ਜਿੱਤਦਾ। ਉਹਨੇ ਨਾਵਲ ਲਿਖਿਆ ਕਿੱਸਾ ਰੌਕੀ ਰੇਸ਼ਮਾ, ਜਿਹਨੂੰ ਹੱਥੋਂ ਹੱਥ ਲਿਆ ਸੀ, ਤਾਂ ਅਗਲੇ ਮਹੀਨੇ ਤੱਕ ਦੂਜਾ ਐਡੀਸ਼ਨ ਉਹਦਾ ਪਬਲਿਸ਼ ਕਰਨ ਵਾਲੇ ਹੈ। ਸੋ ਨਵੇਂ ਕਹਾਣੀਕਾਰਾਂ ਦੇ ਵਿੱਚ ਵੀ ਗੁਰਮੀਤ ਕਿੜਿਆਲ ਵੀ ਹੈ, ਸਰਗੀ ਹੈ,
ਇਸ ਤਰ੍ਹਾਂ ਕਿਰਪਾਲ ਕੇ ਜਾਗਤਾ ਖੈਰ ਸੀਨੀਅਰ ਕਹਾਣੀਕਾਰ ਨੇ, ਉਹਨਾਂ ਦੀਆਂ ਆਈਆਂ, ਜਸਵੀਰ ਰਾਣਾ ਨੇ, ਸੁਖਜੀਤ ਹੈ, ਇਹਨਾਂ ਦੀਆਂ ਕਹਾਣੀਆਂ ਨੂੰ ਬਹੁਤ ਭਰਵਾਂ ਹੁੰਗਾਰਾ ਮਿਲਿਆ ਉੱਥੇ ਜੀ। ਜਿਹੜੇ ਇੱਥੋਂ ਲੇਖਕ ਨੇ ਇਹਨਾਂ ਦੀਆਂ ਕਿਤਾਬਾਂ ਨੂੰ ਪੰਜਾਬ ਦੇ ਵਿੱਚ ਪੜ੍ਹਦੇ ਆ? ਹੁਣ ਸਾਰਾ ਕੁਝ ਉਹ ਲਾਈਨ ਜਿਹੜੀ ਸੀਗੀ ਉਹ ਮਿਟ ਚੁੱਕੀ ਆ, ਉੱਥੇ ਵਾਲਿਆਂ ਨੂੰ ਇੱਥੇ ਪੜ੍ਹਦੇ ਆ, ਜਾਂ ਅਜੇ ਵੀ ਕੋਈ ਫਰਕ ਹੁੰਦਾ ਕਿ ਇੱਥੇ ਵਾਲੇ ਦੀਆਂ ਕਿਤਾਬਾਂ ਇੱਥੇ ਜ਼ਿਆਦਾ ਵਿਕਦੀਆਂ? ਨਹੀਂ, ਐਸਾ ਗੱਲ ਨਹੀਂ ਹੈ, ਕਿਉਂਕਿ ਪ੍ਰਵਾਸੀ ਸਾਹਿਤ ਦਾ ਪਰਚਾ ਤਾਂ ਉੱਥੇ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਇਆ ਜਾ ਰਿਹਾ। ਹੁਣ ਤਾਂ ਯੂਨੀਵਰਸਿਟੀਆਂ ਬਹੁਤ ਜ਼ਿਆਦਾ ਹੋ ਗਈਆਂ, ਪ੍ਰਾਈਵੇਟ ਸੈਕਟਰ ਦੇ ਵਿੱਚ ਯੂਨੀਵਰਸਿਟੀਆਂ ਬਹੁਤ ਆ ਗਈਆਂ, ਤਾਂ ਜ਼ਾਹਿਰ ਹੈ ਉਹਨਾਂ ਨੇ ਐਮਏ ਤੱਕ ਕਰਵਾਉਣੀ ਹੈ, ਰਿਸਰਚ ਵੀ ਹੋ ਰਹੀ ਆ ਉੱਥੇ। ਅਤੇ ਇੱਥੇ ਆਪਾਂ ਗੱਲ ਕਰੀਏ ਦਰਸ਼ਨ ਗਿੱਲ ਤੋਂ ਲੈ ਕੇ ਜਰਨੈਲ ਸਿੰਘ ਸੇਖਾ, ਨਦੀਮ ਪਰਮਾਰ ਹੈ, ਜਾਂ ਡਾਕਟਰ ਸਾਧੂ ਸਿੰਘ ਹੈ, ਇਹਨਾਂ ਦੀਆਂ ਕਿਤਾਬਾਂ ਅੱਜ ਵੀ ਪੜ੍ਹਾਈਆਂ ਜਾ ਰਹੀਆਂ। ਸਾਧੂ ਬਨਿੰਗ ਹੈ, ਹਰਪ੍ਰੀਤ ਸਿੱਖ ਹੈ, ਇਹਨਾਂ ਦੀਆਂ ਕਿਤਾਬਾਂ, ਇਹਨਾਂ ਦੀਆਂ ਕਹਾਣੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ, ਚਾਹੇ ਉਹ ਕੰਬਾਈਨਡ ਕਹਾਣੀਆਂ ਨੇ, ਚਾਹੇ ਉਹਨਾਂ ਨੇ ਸਿਲੈਕਸ਼ਨ ਕੀਤੀ ਹੈ ਪ੍ਰਵਾਸੀ ਸਾਹਿਤ ਬਾਰੇ, ਜਾਂ ਕਵਿਤਾ ਦੇ ਵਿੱਚ ਵੀ ਹੈ। ਬਹੁਤ ਸਾਰੇ ਲੇਖਕ ਨੇ, ਸਾਰਿਆਂ ਦੇ ਨਾਂ ਲੈਣੇ ਤਾਂ ਮੁਸ਼ਕਿਲ ਨੇ, ਲੇਕਿਨ ਬਹੁਤ ਸਾਰੇ ਲੇਖਕ ਨੇ ਜਿਹੜੇ ਲਗਾਤਾਰ ਪੜ੍ਹੇ ਜਾ ਰਹੇ। ਹੁਣੇ ਸੁਰਜਨ ਜੀਰਵੀ ਦੀ ਕਿਤਾਬ ਇੱਥੇ ਇਹ ਹੈ, 12ਵੀਂ ਸੰਸਾਰ, ਜਿਹੜੀ ਅੱਜ ਤੋਂ 16 ਸਾਲ ਪਹਿਲਾਂ ਮੈਂ ਪਬਲਿਸ਼ ਕੀਤੀ ਸੀ, ਹੁਣ ਦੁਬਾਰਾ ਉਹਨਾਂ ਦੀ ਆਈ ਹੈ, ਆਓ ਸੱਚ ਜਾਣੀਏ, ਪੱਤਰਕਾਰੀ 'ਤੇ। ਉਹ BA ਦੇ ਵਿੱਚ ਉਹਨਾਂ ਨੇ ਸੈਕੰਡ ਉੱਥੇ ਲਗਾਈ, ਸਿਲੇਬਸ ਦੇ ਵਿੱਚ ਲਗਾਈ ਹੈ। ਸੋ ਜ਼ਾਹਿਰ ਹੈ ਕਿ ਉਹ ਪ੍ਰਵਾਸੀ ਸਾਹਿਤ ਪੜ੍ਹਿਆ ਜਾ ਰਿਹਾ। ਇਸੇ ਤਰ੍ਹਾਂ UK ਦੇ ਵਿੱਚੋਂ ਬਹੁਤ ਸਾਰੇ ਲੇਖਕ ਨੇ ਜਿਹੜੇ ਪੜ੍ਹਾਏ ਜਾ ਰਹੇ ਨੇ। ਸੁਖਵਿੰਦਰ ਕੰਬੋਜ ਦੀ ਕਿਤਾਬ ਹੈ ਕਵਿਤਾ ਦੀ, ਉਹ ਪੜ੍ਹਾਈ ਜਾ ਰਹੀ ਹੈ। ਰਵਿੰਦਰ ਸਹਿਰਾ ਪੜ੍ਹਾਇਆ ਜਾ ਰਿਹਾ। ਸੋ ਕੁੱਲ ਮਿਲਾ ਕੇ ਪ੍ਰਵਾਸੀ ਸਾਹਿਤ ਦੇ ਬਹੁਤ ਸਾਰੇ ਲੇਖਕ ਜਿਹੜੇ ਵਧੀਆ ਸਾਹਿਤ ਰਚ ਰਹੇ ਨੇ, ਵਧੀਆ ਜਿਹੜੇ ਪੜ੍ਹ ਵੀ ਰਹੇ ਨੇ, ਨਾਲ ਨਾਲ ਇਕੱਲਾ ਲੇਖਕ ਦੇ ਜਿਹੜੇ ਵੱਧ ਪੜ੍ਹ ਰਹੇ ਨੇ, ਕਿਉਂਕਿ ਪੂਰੇ ਵਿਸ਼ਵ ਸਾਹਿਤ ਨਾਲ ਜਿਹੜੇ ਲਬਰੇਜ਼ ਨੇ, ਜ਼ਾਹਿਰ ਹੈ ਕਿ ਉਹਨਾਂ ਦਾ ਸਾਹਿਤ ਉੱਥੇ ਪ੍ਰਵਾਸੀ ਸਾਹਿਤ ਦੇ ਤੌਰ 'ਤੇ ਪੜ੍ਹਾਇਆ ਜਾ ਰਿਹਾ ਜੀ। ਸਤੀਸ਼ ਜੀ, ਇੱਕ ਹੋਰ ਗੱਲ ਦੱਸੋ, ਇੱਥੇ ਬਹੁਤ ਸਾਰੇ ਸਟੂਡੈਂਟ ਆਏ ਆ, ਤੁਸੀਂ ਦੱਸਿਆ ਵੀ ਤੀਜਾ ਹਿੱਸਾ ਉਹਨਾਂ ਦੇ ਵਿੱਚੋਂ ਕਿਤਾਬਾਂ ਲੈਣ ਆਉਂਦੇ ਆ, ਕਿਤਾਬਾਂ ਦੱਸਦੇ ਆ, ਕਿਤਾਬਾਂ ਪੜ੍ਹਦੇ ਜਿਹੜੇ ਹੈਗੇ ਆ ਉਹਦੇ ਨਾਲ ਜੁੜੇ ਨੇ, ਔਰ ਬੜੀ ਚੰਗੀ ਗੱਲ ਆ। ਇਹ ਸਟੂਡੈਂਟ ਆਏ ਪੰਜਾਬ ਦੇ ਵਿੱਚੋਂ ਨੇ, ਤੇ ਪੰਜਾਬ ਦੇ ਵਿੱਚ ਅਸੀਂ ਸੁਣਦੇ ਹਾਂ ਕਿ ਕਾਲਜ ਜਿਹੜੇ ਉਹ ਖਾਲੀ ਹੋ ਰਹੇ ਆ। ਜੇ ਪੰਜਾਬ ਦੇ ਵਿੱਚ ਗਿਣਤੀ ਘਟ ਰਹੀ ਆ, ਇੰਨਾ ਨਿਆਣਾ ਇੱਧਰ ਆ ਰਿਹਾ, ਤਾਂ ਜਿਹੜੀਆਂ ਕਿਤਾਬਾਂ ਉਹਨਾਂ ਲਾਇਬ੍ਰੇਰੀ 'ਚ ਜਾਣੀਆਂ ਸੀ, ਉੱਥੇ ਕੋਈ ਫਰਕ ਪੈ ਰਿਹਾ ਕਿ ਇਹਦਾ ਦੂਜਾ ਪਾਸਾ? ਮਤਲਬ ਕਿ ਕਾਲਜ ਬੰਦ ਨੇ ਉੱਥੇ, ਜ਼ਾਹਿਰ ਹੈ ਜਿਹੜੇ ਕਾਲਜ ਬੰਦ ਨੇ ਉਹ ਤਾਂ ਹਜੇ ਬੱਚੇ ਉੱਥੇ ਨੇ ਜਿਨ੍ਹਾਂ ਨੇ ਜਾਂ ਤਾਂ ਉਹਨਾਂ ਨੂੰ ਯੂਨੀਵਰਸਿਟੀਆਂ ਦੇ ਵਿੱਚ ਐਡਮਿਸ਼ਨਾਂ ਲਈਆਂ, ਜਿਹੜੇ ਜਿਵੇਂ ਪੰਜਾਬੀ ਯੂਨੀਵਰਸਿਟੀ ਹੈ, ਗੁਰੂ ਨਾਨਕ ਯੂਨੀਵਰਸਿਟੀ ਹੈ, ਪੰਜਾਬ ਯੂਨੀਵਰਸਿਟੀ ਹੈ, ਪਰ ਉਹਨਾਂ ਦੀ ਇੱਕ ਲਿਮੀਟੇਸ਼ਨ ਹੈ। ਉੱਥੇ ਵੱਧ ਤੋਂ ਵੱਧ 200 ਸੀਟ ਹੁੰਦੀ ਹੈ, ਉੱਥੇ ਸਟੂਡੈਂਟ ਲੈ ਲੈਂਦੇ ਨੇ, ਜਾਂ ਜਿਹੜੇ ਚੰਗੇ ਕਾਲਜ ਨੇ। ਹੁਣ ਜਿਹੜੇ ਸਾਰੇ ਪ੍ਰਾਈਵੇਟ ਕਾਲਜ ਨੇ, ਉੱਥੋਂ ਦੀਆਂ ਫੀਸਾਂ ਬਹੁਤ ਸਾਰੇ ਬੱਚੇ ਨਹੀਂ ਦੇ ਪਾਉਂਦੇ, ਜ਼ਾਹਿਰ ਹੈ ਉਹ ਕਿਸੇ ਹੋਰ ਪਾਸੇ ਚਲੇ ਜਾਂਦੇ ਨੇ। ਉਹਨਾਂ ਨੇ ਕੋਈ ਨਾ ਕੋਈ ਹੋਰ ਡਿਪਲੋਮਾ ਕਰ ਲਿਆ, ਜਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਕਿਤੇ ਜੋਬ ਮਿਲ ਗਈ, ਕਿਉਂਕਿ ਉੱਥੇ ਦੀ ਜਿਹੜੀ ਸਿਚੁਏਸ਼ਨ ਹੈ ਬੜੀ ਵੱਖਰੀ ਹੈ। ਜਿਹੜੇ ਬੱਚੇ ਇੱਥੇ ਆ ਰਹੇ ਨੇ ਉਹ ਵੈਲ ਸੈਟਲਡ ਨੇ, ਮਤਲਬ ਜਿਹੜੇ ਉਹਨਾਂ ਦੇ ਮਾਪੇ 25, 30, 40 ਲੱਖ ਰੁਪਏ ਖਰਚ ਕਰ ਸਕਦੇ ਨੇ, ਉਹੀ ਬੱਚੇ ਆਏ ਨੇ। ਜਿਹੜਾ ਉੱਥੇ ਲੇਬਰ ਕਲਾਸ ਦਾ ਬੱਚਾ ਹੈ, ਜਿਹੜਾ ਡੇਲੀ ਬੇਸਿਸ 'ਤੇ ਕੰਮ ਕਰ ਰਿਹਾ, ਮਾਂ ਬਾਪ, ਉਹ ਨਹੀਂ ਆਏ। ਔਰ ਉਹ ਜ਼ਾਹਿਰ ਹੈ ਉਹ ਪੜ੍ਹ ਰਹੇ ਨੇ, ਉਹ ਗ੍ਰੈਜੂਏਸ਼ਨ ਵੀ ਕਰ ਰਹੇ ਨੇ, ਉਹ ਅੱਗੇ ਵੀ ਵੱਧ ਰਹੇ ਨੇ। ਉਹਨਾਂ ਦੇ ਵਿੱਚੋਂ ਐਸਾ ਫਰਕ ਨਹੀਂ ਪਿਆ, ਪਰ ਹਾਂ ਲਾਇਬ੍ਰੇਰੀਆਂ ਦੇ ਵਿੱਚ ਬਹੁਤ ਵੱਡਾ ਇੱਕ ਮੁਸ਼ਕਿਲ ਆਈ, ਕਿਉਂਕਿ 2 ਸਾਲ ਤੋਂ ਜਦੋਂ ਕਾਲਜ ਹੀ ਬੰਦ ਨੇ, ਯੂਨੀਵਰਸਿਟੀਆਂ ਹੀ ਬੰਦ ਨੇ, ਲਾਇਬ੍ਰੇਰੀਆਂ ਵੀ ਬੰਦ ਨੇ, ਜ਼ਾਹਿਰ ਹੈ ਉੱਥੇ ਸੇਲ ਦਾ ਉਹਦਾ ਬਹੁਤ ਫਰਕ ਪਿਆ ਕਿ ਉੱਥੇ ਕਿਤਾਬ ਨਵੀਂ ਨਹੀਂ ਜਾ ਰਹੀ। ਕਿਉਂਕਿ ਪ੍ਰਾਈਵੇਟ ਕਾਲਜਾਂ 'ਤੇ ਤਾਂ ਟੋਟਲ ਬੰਦ ਵਰਗਾ ਹੋ ਗਿਆ, ਕਿਉਂਕਿ ਉੱਥੇ ਐਡਮਿਸ਼ਨ ਨਹੀਂ ਹੋਈਆਂ, ਔਰ ਜਦੋਂ ਐਡਮਿਸ਼ਨ ਨਹੀਂ ਹੋਏਗੀ ਜ਼ਾਹਿਰ ਹੈ ਕਿ ਉਹਨਾਂ ਨੂੰ ਆਪਣੇ ਖਰਚੇ ਸਰਵਾਈਵ ਕਰਨਾ ਬੜਾ ਮੁਸ਼ਕਿਲ ਹੋ ਗਿਆ। ਉਹਦਾ ਰਿਜ਼ਲਟ ਕਿਸੇ ਨਾ ਕਿਸੇ ਕ੍ਰੀਏਟਿਵ ਰਾਈਟਿੰਗ ਦੇ ਵਿੱਚ ਆਇਆ ਕਿ ਲੋਕਾਂ ਨੇ ਜਿਹੜੇ ਪੜ੍ਹ ਸਕਦੇ ਸੀ ਜਾਂ ਅਫੋਰਡ ਕਰ ਸਕਦੇ ਸੀ, ਉਹਨਾਂ ਨੇ ਵੱਧ ਤੋਂ ਵੱਧ ਸਾਹਿਤ ਪੜ੍ਹਿਆ, ਉਹ ਸਟਰੈਸ 'ਚੋਂ ਬਾਹਰ ਨਿਕਲੇ, ਉਹ ਡਿਪਰੈਸ਼ਨ 'ਚੋਂ ਬਾਹਰ ਨਿਕਲੇ, ਔਰ ਉਹ ਆਪਣੇ ਆਪ ਨੂੰ ਕੌਨਫੀਡੈਂਸ ਪੈਦਾ ਕਰਦੇ ਹੋਏ ਅੱਗੇ ਵਧ ਰਹੇ ਨੇ ਜੀ। ਇਹ ਕੋਵਿਡ ਤੋਂ ਪਹਿਲਾਂ ਕੋਈ ਫਰਕ ਸੀਗਾ ਵੀ ਉੱਥੇ ਗਿਣਤੀ ਘਟ ਰਹੀ ਹੈ ਪੰਜਾਬ ਦੇ ਕਾਲਜਾਂ ਵਿੱਚ? ਨਹੀਂ, ਕੋਵਿਡ ਤੋਂ ਪਹਿਲਾਂ ਕੋਈ ਗਿਣਤੀ ਨਹੀਂ ਘਟ ਰਹੀ ਸੀ, ਕਿਉਂਕਿ ਦੇਖੋ ਜਸਕਰਨ ਜੀ, 5 ਲੱਖ ਦੇ ਬੱਚਾ ਮੈਟ੍ਰਿਕ ਪਾਸ ਕਰਦਾ ਉੱਥੇ, ਅਤੇ ਜਦੋਂ ਕਾਲਜ ਦੇ ਵਿੱਚ ਜਾਂਦਾ ਉਹਦੀ ਤਾਦਾਦ ਘਟਦੀ ਜਾਂਦੀ ਹੈ। ਜੇ 5 ਲੱਖ ਬੱਚੇ ਨੇ ਮੈਟ੍ਰਿਕ ਕੀਤੀ ਹੈ, ਅਤੇ ਜ਼ਾਹਿਰ ਹੈ ਜਦੋਂ +2 ਕਰ ਰਿਹਾ ਹੁੰਦਾ ਉਹ 4 ਰਹਿ ਜਾਂਦਾ ਹੈ, ਗ੍ਰੈਜੂਏਸ਼ਨ ਕਰਦਾ ਤਾਂ 2, 2.5 ਰਹਿ ਜਾਂਦਾ ਹੈ, ਜਦੋਂ ਪੋਸਟ ਗ੍ਰੈਜੂਏਸ਼ਨ ਨਹੀਂ ਹੁੰਦਾ ਤਾਂ ਲੱਖ ਵੀ ਨਹੀਂ ਰਹਿੰਦਾ। ਫਿਰ ਜਦੋਂ MPhil ਜਾਂ PhD ਜਾਂ ਹੋਰ ਜਗ੍ਹਾ ਜਾਂਦਾ ਤਾਂ ਬਹੁਤ ਮਾਈਨਰ ਰਹਿ ਜਾਂਦਾ, ਕਿਉਂਕਿ BA ਤੋਂ ਬਾਅਦ ਟਰੈਂਡ ਬਦਲ ਜਾਂਦਾ, ਕੋਈ ਲਾ ਕਰਨ ਚਲਾ ਜਾਂਦਾ, ਕੋਈ BCom 'ਚ ਐਡਮਿਸ਼ਨ ਲੈ ਲੈਂਦਾ, MCom ਚਲਾ ਜਾਂਦਾ, ਕੋਈ IAS IPS ਵਾਲੇ ਪਾਸੇ ਤਿਆਰੀ ਕਰਨੀ ਸ਼ੁਰੂ ਕਰ ਦਿੰਦਾ, ਕੋਈ PCS ਦੀ ਕਰਦਾ। ਉਹ ਡਿਵਾਈਡ ਹੋ ਜਾਂਦੀਆਂ ਸਾਰੀਆਂ ਐਜੂਕੇਸ਼ਨ ਨਾਲ, ਕਿਉਂਕਿ ਰੁਜ਼ਗਾਰ ਨਾਲ ਜੁੜਿਆ ਹੋਇਆ ਦੇਖਦਾ ਕਿ ਮੈਨੂੰ ਕਿੱਥੇ ਫਾਇਦਾ ਹੋ ਸਕਦਾ, ਇੰਜੀਨੀਅਰਿੰਗ 'ਚ ਚਲਾ ਜਾਂਦਾ। ਲੇਕਿਨ 5 ਲੱਖ ਤੋਂ ਹੌਲੀ ਹੌਲੀ ਘਟਦਾ ਜਾਂਦਾ, ਕਿਉਂਕਿ 5 ਲੱਖ ਬੱਚਾ ਹੀ ਸਾਰਾ ਪੋਸਟ ਗ੍ਰੈਜੂਏਸ਼ਨ ਨਹੀਂ ਹੁੰਦਾ, ਨਾ ਹੀ ਸਾਰਾ ਕਾਲਜਾਂ ਵਿੱਚ ਜਾਂਦਾ, ਅਤੇ ਨਾ ਹੀ ਸਾਰੇ ਅਫੋਰਡ ਕਰ ਪਾਉਂਦੇ ਨੇ। ਜਿਨ੍ਹਾਂ ਦੇ ਬੱਚੇ ਮਾਪੇ ਅਫੋਰਡ ਨਹੀਂ ਕਰ ਪਾਉਂਦੇ, ਜ਼ਾਹਿਰ ਆ ਕੋਈ ਡਿਪਲੋਮਾ ਜਾਂ ਕੋਈ ਪ੍ਰਾਈਵੇਟ ਸੈਕਟਰ ਜਾਂ ਹੋਰ ਕਿੱਤਿਆਂ ਦੇ ਵਿੱਚ ਚਲੇ ਜਾਂਦੇ ਨੇ। ਇੱਥੇ ਕਦੋਂ ਤੱਕ ਰਹੋਗੇ ਸਤੀਸ਼ ਜੀ, ਸਰੀ ਦੇ ਵਿੱਚ ਸਾਡੇ ਕੋਲ? ਜਨਵਰੀ ਦੇ ਫਸਟ ਵੀਕ ਤੱਕ ਰਹਾਂਗਾ ਜੀ। ਮੇਰਾ ਕੋਸ਼ਿਸ਼ ਹੈ 5-6 ਤਰੀਕ ਤੱਕ
ਇੱਥੇ ਲਗਾਤਾਰ 2.5 ਮਹੀਨੇ ਇੱਥੇ ਪੁਸਤਕ ਪ੍ਰਦਰਸ਼ਨੀ ਰਹੇਗੀ। ਬੇਸ਼ੁਮਾਰ ਕਿਤਾਬਾਂ ਨੇ, ਕੋਈ 6000 ਟਾਈਟਲ ਅਸੀਂ ਲਿਆਂਦੇ ਨੇ, ਕਿਉਂਕਿ ਹਰ ਸਾਲ 200 ਟਾਈਟਲ ਤਾਂ ਸਾਡਾ ਆਪਣਾ ਹੀ ਪ੍ਰਕਾਸ਼ਨ ਹੋ ਜਾਂਦਾ, ਅਤੇ ਹੋਰ ਪ੍ਰਕਾਸ਼ਕਾਂ ਦੇ ਵੀ ਜਿਹੜੇ ਬਿਹਤਰੀਨ ਟਾਈਟਲ ਨੇ ਅਸੀਂ ਲੈ ਕੇ ਆਉਂਦੇ ਨੇ, ਜਿਹੜੇ ਲੋਕ ਡਿਮਾਂਡ ਕਰਦੇ ਨੇ। ਔਰ ਮੈਂ ਜਿਸ ਦਿਨ ਦਾ ਆਇਆ ਇੱਥੇ ਲਗਾਤਾਰ ਮੇਲੇ ਵਰਗਾ ਮਾਹੌਲ ਹੈ। ਹਾਲਾਂਕਿ ਕੋਵਿਡ ਨੂੰ ਅਸੀਂ ਬੜਾ ਧਿਆਨ ਰੱਖ ਰਹੇ ਹਾਂ ਕਿ ਉੱਥੇ ਮਾਸਕ ਵੀ ਪਾਇਆ ਜਾ ਰਿਹਾ, ਉਹਦਾ ਸਾਈਟੇਸ਼ਨ ਵੀ ਕਰ ਰਹੇ ਹਾਂ, ਲੇਕਿਨ ਫਿਰ ਵੀ ਜਿਹੜੇ ਆ ਰਹੇ ਨੇ ਬੜੇ ਕੰਟਰੋਲ ਨੇ ਔਰ ਬੜਾ ਧਿਆਨ ਰੱਖ ਰਹੇ ਨੇ ਔਰ ਲਗਾਤਾਰ ਆ ਰਹੇ ਨੇ। ਕਿ ਬੁੱਕਸ ਰਿਲੀਜ਼ ਜਾਂ ਫੰਕਸ਼ਨ ਕੁਛ ਤੁਸੀਂ ਹਰ ਵਾਰੀ ਕਰਦੇ ਹੁੰਦੇ ਆ, ਉਹ ਇਸ ਵਾਰੀ ਵੀ ਹੋਣਗੇ ਜੀ? ਉਹਦੇ 'ਚ ਵਿਦਵਾਨ ਲੇਖਕ ਆਉਣਗੇ? ਹਾਂਜੀ ਬਿਲਕੁਲ ਜੀ, ਡਾਕਟਰ ਸਾਧੂ ਸਿੰਘ ਦੀ ਕਿਤਾਬ ਦਾ ਪਲਾਨ ਕਰ ਰਹੇ ਹਾਂ, ਜਰਨੈਲ ਸਿੰਘ ਸੇਖਾ ਜੀ ਦਾ ਕਰ ਰਹੇ ਹਾਂ, ਨਦੀਮ ਪਰਮਾਰ ਜੀ ਦਾ ਕਰ ਰਹੇ ਹਾਂ, ਇੰਦਰਜੀਤ ਸਿੱਧੂ ਦੀਆਂ ਕਿਤਾਬਾਂ ਆਈਆਂ ਨੇ 3, ਉਹ ਪ੍ਰਕਾਸ਼ਿਤ ਉਹਦੀਆਂ ਕਰਾਂਗੇ। ਮੋਹਨ ਗਿੱਲ ਹੋਣਾ ਦੀ ਕਿਸਾਨ ਅੰਦੋਲਨ 'ਤੇ ਕਿਤਾਬ ਆਈ ਹੈ, ਇੱਕ ਹੋਰ ਮਹਾਭਾਰਤ, ਉਹ ਵੀ ਹੋਏਗੀ। ਔਰ ਮੈਂ ਦੱਸਿਆ ਸੀ ਕਿ ਰਾਣਾ ਰਣਬੀਰ ਹੋਣਾ ਦੀ ਕਿਤਾਬ ਵੀ ਕਰਾਂਗੇ। ਬਾਬਾ ਨਜ਼ਮੀ ਦੀ ਕਿਤਾਬ ਦਾ ਪਿਛਲੇ ਸਾਲ ਅਸੀਂ ਕੀਤਾ ਸੀ, 2 ਸਾਲ ਪਹਿਲਾਂ ਜਦੋਂ ਇੱਥੇ ਆਏ ਸੀ, ਮੈਂ ਇਕਬਾਲ ਪੰਜਾਬੀ ਦਾ, ਅਤੇ ਹੁਣ ਉਹਦਾ ਦੂਸਰਾ ਐਡੀਸ਼ਨ ਛਪ ਕੇ ਆ ਰਿਹਾ ਹੋਰ ਵਾਧੇ ਨਾਲ, ਉਹ ਵੀ ਮੇਰੇ ਕੋਲ ਸ਼ਾਇਦ ਅੱਜ ਜਾਂ ਕੱਲ੍ਹ ਪਹੁੰਚ ਜਾਏਗਾ, ਉਹ ਵੀ ਕਰਾਂਗੇ। ਪ੍ਰਤਾਪ ਸਿੰਘ ਕੈਰੋਂ ਦੀ ਕਿਤਾਬ ਅਸੀਂ ਪਿਛਲੇ ਦਿਨੀ ਪਬਲਿਸ਼ ਕੀਤੀ, ਉਹਨਾਂ ਦੀ ਇੰਗਲਿਸ਼ ਦੇ ਵਿੱਚ ਆਈ ਸੀ ਕਿਤਾਬ, ਰਾਜੀਵ ਐਮ ਲੋਚਨ ਔਰ ਮੀਤਾ ਲੋਚਨ ਹੋਣਾ ਨੇ ਕੀਤੀ ਸੀ, IAS ਆਫਿਸਰ ਨੇ, ਉਹ ਅਸੀਂ ਪੰਜਾਬੀ ਦੇ ਵਿੱਚ ਕਰਵਾਇਆ ਉਹ, ਔਰ ਉਹ 4 ਮਹੀਨੇ ਲੱਗੇ। ਪ੍ਰੋਫੈਸਰ ਪਰਵਿੰਦਰ ਸਿੰਘ ਭੋਗਲ ਔਰ ਸੰਦੀਪ ਕੌਰ ਸੇਖੋਂ ਨੇ ਕੀਤਾ, ਉਹ ਵੀ ਇੱਥੇ ਦੁਬਾਰਾ ਰਿਲੀਜ਼ ਕਰਾਂਗੇ। ਬਹੁਤ ਸਾਰੀ ਡਿਮਾਂਡ ਆ ਉਹਦੀ ਕਿਤਾਬ ਦੀ। ਔਰ ਇਸ ਤਰ੍ਹਾਂ ਨਰਪਿੰਦਰ ਰਤਨ ਹੋਣਾ ਦੀਆਂ, ਜਿੱਥੇ ਪਹਿਲਾਂ ਉਹਨਾਂ ਨੇ 4 ਕਿਤਾਬਾਂ ਆਪਣੀਆਂ ਯਾਦਾਂ ਦੀਆਂ ਲਿਖੀਆਂ, ਕਤਰਨ ਯਾਦਾਂ, ਹੁਣ ਉਹਨਾਂ ਦੀ ਇੱਕ ਬਲੂ ਸਟਾਰ 'ਤੇ ਕਿਤਾਬ ਆਈ ਹੈ, ਆਪਰੇਸ਼ਨ ਬਲੂ ਸਟਾਰ, ਕਿਉਂਕਿ ਉਹ ਆਪ ਕਮਿਸ਼ਨਰ ਰਹੇ ਨੇ, ਉੱਥੇ ਬਹੁਤ ਚਰਚਾ ਹੋਈ ਉਹ ਕਿਤਾਬ ਦੀ, ਲਗਾਤਾਰ ਮਈ ਜੂਨ ਤੋਂ ਕੰਟੀਨਿਊ ਲੋਕ ਪੜ੍ਹ ਰਹੇ ਨੇ, ਬਹੁਤ ਉਹਦੇ ਸੈਮੀਨਾਰ ਵੀ ਹੋਏ ਨੇ, ਉਹ ਵੀ ਇੱਥੇ ਅਸੀਂ ਦੁਬਾਰਾ ਉੱਥੇ ਲਿਆ ਰਹੇ ਹਾਂ ਅਤੇ ਲੋਕ ਮੰਗ ਰਹੇ ਨੇ ਉਹ ਕਿਤਾਬ ਕਿ ਸਾਨੂੰ ਦਿੱਤੀ ਜਾਵੇ। ਇਸ ਤਰ੍ਹਾਂ ਸੋਹਣ ਸਿੰਘ ਜੋਸ਼ ਹੋਣਾ ਦਾ ਸਵੈ ਜੀਵਨੀ ਅਸੀਂ ਲਿਆਂਦੀ ਹੈ, ਮੇਰੀ ਰੂਸ ਯਾਤਰਾ, ਉਹਨਾਂ ਦੀ ਵੈਸੇ ਸਵੈ ਜੀਵਨੀ ਵੀ ਪਬਲਿਸ਼ ਹੋ ਰਹੀ ਹੈ, ਲੇਕਿਨ ਮੇਰਾ ਸਫ਼ਰਨਾਮਾ ਜਿਹੜਾ ਰੂਸੀ ਮੇਰੀ ਰੂਸ ਯਾਤਰਾ ਬਹੁਤ ਮਕਬੂਲ ਹੋਇਆ। ਬਲਜੀਤ ਪਰਮਾਰ ਬੜੇ ਵੱਡੇ ਪੱਤਰਕਾਰ ਨੇ ਉੱਥੇ ਬੰਬੇ ਦੇ ਵਿੱਚ, ਅੱਜ ਕੱਲ੍ਹ ਚੰਡੀਗੜ੍ਹ ਰਹਿ ਰਹੇ, ਉਹਨਾਂ ਦੀ ਕਵਿਤਾ ਦੀ ਕਿਤਾਬ ਵੀ ਆਈ ਹੈ, ਔਰ ਉਹਨਾਂ ਦੀਆਂ ਅੰਗਰੇਜ਼ੀ ਦੀਆਂ ਕਿਤਾਬਾਂ ਅਸੀਂ ਲੈ ਰਹੇ, ਗੈਂਗਵਾਰ ਨਾਲ ਸੰਬੰਧਿਤ ਨੇ, ਕਿਉਂਕਿ ਉਹ ਬਹੁਤ ਅੰਡਰਵਰਲਡ ਦੇ ਨਾਲ ਜੁੜੇ ਰਹੇ ਨੇ ਉੱਥੇ। ਔਰ ਇਸ ਤਰ੍ਹਾਂ ਆਪਣਾ ਲੈਨਨ ਦੀ ਜੀਵਨੀ ਅਸੀਂ ਪਬਲਿਸ਼ ਕੀਤੀ ਹੈ, ਗੁਰਦਿਆਲ ਸਿੰਘ ਦਾ ਬੇਟਾ ਰਵਿੰਦਰ ਸਿੰਘ, ਉਹਨੇ ਅਨੁਵਾਦ ਕੀਤੀ ਹੈ, ਉਹ ਵੀ ਕੀਤੀ ਹੈ। 2 ਕਿਤਾਬਾਂ ਵੀ ਹੋਰ ਉਹਨਾਂ ਨੇ ਹੋਰ ਅਨੁਵਾਦ ਕੀਤੀਆਂ ਨੇ, ਵੱਡੇ ਨਾਵਲ ਨੇ ਉਹਨਾਂ ਦੇ। ਔਰ ਇਸ ਤੋਂ ਇਲਾਵਾ ਸਤਪਾਲ ਡਾਂਗ ਹੋਣਾ ਦੀ ਜੀਵਨੀ ਅਸੀਂ ਪਬਲਿਸ਼ ਕੀਤੀ ਹੈ। ਜਸਵੰਤ ਜਫਰ ਹੋਣਾ ਦੀ ਕਿਤਾਬ ਵੀ ਇੱਥੇ ਰਿਲੀਜ਼ ਕਰਾਂਗੇ, ਉਹਨਾਂ ਦੀ ਨਾਨਕ ਇਵੇਂ ਜਾਣੀਏ। ਔਰ ਇੱਕ ਕਿਤਾਬ ਹੋਰ ਉੱਥੇ ਬੜੀ ਮਸ਼ਹੂਰ ਹੋਈ ਲੁਧਿਆਣੇ ਦੇ ਵਿੱਚ, ਕਿ ਲੁਧਿਆਣੇ ਦਾ 200 ਸਾਲ ਦਾ ਇਤਿਹਾਸ ਉੱਥੋਂ ਦੇ ਸ਼ਾਹੀ ਇਮਾਮ ਹੋਣਾ ਨੇ ਲਿਖਿਆ, ਔਰ ਉਹ 200 ਕਿਉਂਕਿ ਆਪ ਸਾਹਿਤਕਾਰ ਨੇ, ਔਰ ਪੂਰੀ ਉਹਨਾਂ ਦਾ ਜਿਹੜਾ ਰੁਤਬਾ ਹੈ ਉਹ ਅਕਾਲ ਤਖਤ ਦੇ ਜਥੇਦਾਰ ਦੇ ਬਰਾਬਰ ਹੈ, ਅਤੇ ਉਹ ਕਿਉਂਕਿ ਉਹਨਾਂ ਨੂੰ ਬੜਾ ਮਾਨ ਸਤਿਕਾਰ ਮਿਲਦਾ ਉੱਥੇ ਜਦੋਂ ਉਹ ਬੋਲਦੇ ਨੇ, ਡਿਬੇਟ ਕਰਦੇ ਨੇ। ਔਰ ਉਹਨਾਂ ਨੇ ਇੱਕ ਕਿਤਾਬ ਲਿਖੀ ਦਾਸਤਾਨ ਲੁਧਿਆਣਾ, ਜਿਹੜਾ ਹੁਣ ਜਲਦੀ ਦੂਸਰਾ ਐਡੀਸ਼ਨ ਵੀ ਪਬਲਿਸ਼ ਹੋ ਰਿਹਾ, ਔਰ ਹਿੰਦੀ 'ਚ ਵੀ ਆ ਰਹੀ ਹੈ, ਇੰਗਲਿਸ਼ 'ਚ ਵੀ ਆ ਰਹੀ ਹੈ, ਉਹ ਵੀ ਇੱਥੇ ਅਸੀਂ ਰਿਲੀਜ਼ ਕਰਾਂਗੇ, ਕਿਉਂਕਿ ਬਹੁਤ ਸਾਰੇ ਲੁਧਿਆਣਾ ਵਾਸੀ ਇੱਥੇ ਸਰੀ ਦੇ ਵਿੱਚ ਜਾਂ BC ਦੇ ਵਿੱਚ ਰਹਿੰਦੇ ਨੇ, ਅਤੇ ਉਹਨਾਂ ਨੂੰ ਪਤਾ ਲੱਗੇਗਾ ਕਿ 200 ਸਾਲ ਦਾ ਇਤਿਹਾਸ ਲੁਧਿਆਣਾ ਕਿਵੇਂ ਬਣਿਆ ਜੀ। ਵਾਹ ਵਾਹ, ਬਹੁਤ ਖੁਸ਼ੀ ਦੀ ਗੱਲ, ਔਰ ਬੜੀਆਂ ਦਿਲਚਸਪ ਕਿਤਾਬਾਂ ਅਤੇ ਬੜੀ ਜਾਣਕਾਰੀ ਵਾਲੀਆਂ ਕਿਤਾਬਾਂ ਜਿਹੜੀਆਂ ਆਉਣਗੀਆਂ। ਸਤੀਸ਼ ਜੀ, ਆਖਰ ਦੇ ਵਿੱਚ ਆਪਣਾ ਇੱਕ ਵਾਰੀ ਕੰਟੈਕਟ ਨੰਬਰ ਦੱਸਿਓ ਅਤੇ ਇੱਕ ਵਾਰੀ ਪ੍ਰਦਰਸ਼ਨੀ ਦਾ ਐਡਰੈਸ ਸਾਡੇ ਦਰਸ਼ਕਾਂ ਲਈ। ਹਾਂਜੀ, ਮੇਰਾ ਫ਼ੋਨ ਨੰਬਰ ਹੈ ਜੀ 604 750 0199, 604 750 0189, ਯੂਨਿਟ ਨੰਬਰ 111 83 12 128 ਸਟਰੀਟ, ਮੇਡ ਇਨ ਇੰਡੀਆ ਵਾਲਾ ਪਲਾਜ਼ਾ ਮਸ਼ਹੂਰ ਹੈ, 84 ਦੇ ਉੱਤੇ ਖਾਲਸਾ ਬਿਜ਼ਨਸ ਸੈਂਟਰ ਦੇ ਨਾਲ। ਔਰ 10 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਮੈਂ ਇੱਥੇ ਹਰ ਵਕਤ ਹੈ, ਕੋਈ ਛੁੱਟੀ ਨਹੀਂ ਹੈ, ਸਾਰੇ ਦੋਸਤ ਮੈਨੂੰ ਇੱਥੇ ਮਿਲਣ ਆਉਂਦੇ ਨੇ, ਔਰ ਮੈਂ 2.5 ਮਹੀਨੇ ਲਗਾਤਾਰ ਕਿਤਾਬਾਂ ਦੇ ਵਿੱਚ ਮਿਲਾਂਗਾ, ਕਿਉਂਕਿ ਮੈਨੂੰ ਲੱਗਦਾ ਕਿ ਕਿਤਾਬਾਂ ਦੀ ਇੱਕ ਬਹੁਤ ਪਿਆਰੀ ਸਜ਼ਾ ਮੈਨੂੰ ਮਿਲੀ ਹੋਈ ਹੈ, ਕਿ ਉਹ ਸਜ਼ਾ ਦੇ ਵਿੱਚੋਂ ਮੇਰਾ ਵੀ ਜਾਣ ਨੂੰ ਜੀਅ ਨਹੀਂ ਕਰਦਾ ਜੀ। ਬਹੁਤ ਬਹੁਤ ਸ਼ੁਕਰੀਆ ਗੁਲਾਟੀ ਸਾਹਿਬ, ਮਿਹਰਬਾਨੀ ਜੀ। ਬਹੁਤ ਬਹੁਤ ਧੰਨਵਾਦ ਜਸਕਰ ਜੀ, ਤੁਹਾਡਾ ਔਰ ਚੈਨਲ ਪੰਜਾਬੀ ਦਾ, ਔਰ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਾਰੇ ਪਾਠਕਾਂ ਦਾ। ਦੋਸਤੋ, ਸਤੀਸ਼ ਗੁਲਾਟੀ ਜੀ ਨਾਲ ਅਸੀਂ ਗੱਲਬਾਤ ਕੀਤੀ ਹੈ 83 12 128 ਸਟਰੀਟ ਸਰੀ ਦੇ ਵਿੱਚ, 128 ਤੇ 84 ਐਵਨਿਊ ਦੇ ਕਾਰਨਰ ਦੇ ਉੱਤੇ ਖਾਲਸਾ ਬਿਜ਼ਨਸ ਸੈਂਟਰ ਦੇ ਨਾਲ। ਜਦੋਂ ਤੁਸੀਂ ਉਹਦੇ 'ਚ ਦਾਖਲ ਹੋਵੋਗੇ, ਰੈਡ FM ਦੇ ਬਿਲਕੁਲ ਅਪੋਜ਼ਿਟ, ਤਾਂ ਤੁਹਾਨੂੰ ਇਹ ਪੁਸਤਕ ਪ੍ਰਦਰਸ਼ਨੀ ਦਿਸੇਗੀ। ਇੱਥੇ ਤੁਸੀਂ ਜਾ ਕੇ ਕਿਤਾਬਾਂ ਖਰੀਦ ਸਕਦੇ ਹੋ, ਕਿਤਾਬਾਂ ਬਾਰੇ ਗੱਲਬਾਤ ਕਰ ਸਕਦੇ ਹੋ, ਤੁਹਾਨੂੰ ਇੱਕ ਵੱਖਰੀ ਦੁਨੀਆ, ਇੱਕ ਵੱਖਰੀ ਜਾਣਕਾਰੀ ਇੱਥੇ ਦੇਖਣ ਨੂੰ ਮਿਲੇਗੀ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ, ਕੱਲ ਫੇਰ ਮੁਲਾਕਾਤ ਹੋਏਗੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।